ਦੁਨੀਆ ਭਰ ਦੇ ਮੁੱਦਿਆਂ ਤੇ ਭਾਵੇਂ ਉਹ ਨੋਰਮਲ ਹੋਣ ਜਾਂ ਫਿਰ ਕੰਟਰੋਵਰਸ਼ੀਅਲ ਹੋਣ, ਉਹਨਾਂ ਸਾਰੇ तमाम ਮੁੱਦਿਆਂ ਦੇ ਉੱਤੇ ਆਪਣੀ ਬੇਬਾਕੀ ਦੇ ਨਾਲ ਰਾਏ ਰੱਖਦੇ ਨੇ। ਸੁਖੀ ਚਾਲ ਜੀ ਇਸ ਵਕਤ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਫਾਊਂਡਰ ਨੇ, CEO ਤੇ ਐਡੀਟਰ ਇਨ ਚੀਫ ਨੇ ਦ ਖਾਲਸਾ ਟੂਡੇ ਦੇ। ਇਸ ਵਕਤ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਖੀ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜਗਬਾਣੀ ਤੇ। जी नमस्कार, सत श्री अकाल ਤੁਹਾਨੂੰ और ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਚਰਚਾਵਾਂ ਚੱਲ ਰਹੀਆਂ ਨੇ ਕਿ ਜੋ ਕਿਸਾਨ ਅੰਦੋਲਨ ਚੱਲ ਰਿਹਾ ਪਿਛਲੇ ਕਰੀਬ 6 ਮਹੀਨੇ ਹੋ ਚੁੱਕੇ ਨੇ, ਜੇਕਰ ਆਪਾਂ ਪੰਜਾਬ ਦਾ ਹਿੱਸਾ ਵੀ ਸਮਾਂ ਵੀ ਨਾਲ ਵਿੱਚ ਮਿਲਾ ਲਈਏ, ਤੇ ਸਰਕਾਰ ਔਰ ਕਿਸਾਨਾਂ ਦੇ ਵਿੱਚ ਮੀਡੀਏਟਰ ਦੀ ਤੁਸੀਂ ਭੂਮਿਕਾ ਨਿਭਾਉਣ ਜਾ ਰਹੇ ਹੋ। ਚਰਚਾਵਾਂ ਚੱਲ ਰਹੀਆਂ ਨੇ ਕਿ ਜੋ ਕੇਂਦਰ ਦੇ ਕਈ ਮੰਤਰੀ ਨੇ, ਤੁਸੀਂ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਵੀ ਹੋ। ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿਓ ਕਿ ਵਾਕਈ ਇਹਦੇ ਵਿੱਚ ਕੁਝ ਅਸਲੀਅਤ ਹੈ? ਨਹੀਂ, ਆਈ ਥਿੰਕ ਨਾ ਹੀ ਤਾਂ ਕੋਈ ਮੇਰੀ ਐਡੀ ਵੱਡੀ ਹੈਸੀਅਤ ਹੈਗੀ ਹੈ ਤੇ ਨਾ ਹੀ ਮੈਂ ਯੂਐਸ ਸਿਟੀਜ਼ਨ ਹੈਗਾ। ਮੈਂ ਇੰਡੀਅਨ ਸਿਟੀਜ਼ਨ ਨਹੀਂ ਹੈਗਾ ਨਹੀਂ ਮੋਰ ਕਿ ਮੈਂ ਜ਼ਿਆਦਾ ਵੀ ਇੰਟਰਫੇਅਰ ਕਰ ਵੀ ਨਹੀਂ ਸਕਦਾ ਹੈਗਾ। ਪਰ ਜਿੰਨੇ ਕਿ ਤੁਹਾਡੇ ਆਪਣੇ ਕਨੈਕਸ਼ਨ ਹੁੰਦੇ ਹੈਗੇ ਨੇ ਦੋਨੇ ਪਾਸੇ, ਨਾਟ ਓਨਲੀ ਕਿ ਗਵਰਨਮੈਂਟ ਸਾਈਡ ਤੇ ਕਿਸਾਨਾਂ ਸਾਈਡ ਤੇ, ਕਿਉਂਕਿ ਮੈਂ ਕਿਸਾਨ ਹੈਗਾ, ਮੈਨੂੰ ਦਰਦ ਹੈਗਾ। ਮੈਂ ਵੀ ਚਾਹੁੰਦਾ ਹੈਗਾ ਵੀ ਇਹਨਾਂ ਦਾ ਕੋਈ ਚੰਗਾ ਰਿਜ਼ਲਟ ਨਿਕਲੇ ਹੈਗੇ। ਜਿੰਨੇ ਕਿ ਸਾਡੇ ਰਿਸੋਰਸ ਸਾਡੇ ਕੋਲ ਹੈਗੇ ਨੇ, ਔਰ ਮੈਨੂੰ ਬਾਕੀ ਉੱਥੋਂ ਦੀਆਂ ਜਿਹੜੀਆਂ ਨਾਰਥ ਅਮਰੀਕਾ ਦੇ ਵਿੱਚ ਜਿੰਨੀਆਂ ਆਰਗੇਨਾਈਜੇਸ਼ਨ ਹੈਗੇ ਨੇ, ਜਿਹੜੇ ਪ੍ਰੋਮੀਨੈਂਟ ਲੋਕੀ ਹੈਗੇ ਨੇ, ਉਹ ਕਹਿੰਦੇ ਹੈਗੇ ਨੇ ਵੀ ਦਿਸ ਇਜ਼ ਦਾ ਟਾਈਮ ਕਿ ਤੁਹਾਨੂੰ ਸਟੈਪ ਅਪ ਹੋ ਕੇ ਕਰਨਾ ਚਾਹੀਦਾ ਹੈਗਾ। ਅਤੇ ਲੋਕਾਂ ਦੇ ਨਾਲ ਜਿਹੜੇ ਉੱਥੇ ਗੌਰਮੈਂਟ ਸਾਈਡ 'ਤੇ ਵੀ ਹੈਗੇ ਨੇ, ਜਿਹੜੇ ਪ੍ਰੋਮੀਨੈਂਟ ਬੰਦੇ ਇੱਥੇ ਇੰਡੀਆ ਦੇ ਵਿੱਚ ਹੈਗੇ ਨੇ, ਉਹਨਾਂ ਦੇ ਨਾਲ ਬੈਠ ਕੇ ਜੇਕਰ ਕੋਈ ਪੋਜ਼ੀਟਿਵ ਰਿਜ਼ਲਟ ਤੁਸੀਂ ਕਢਵਾ ਸਕਦੇ ਹੈਗੇ ਹੋ, ਤੁਸੀਂ ਕਢਵਾਓ। ਐਂਡ ਸੋ ਮੈਂ ਕੋਸ਼ਿਸ਼ ਕਰ ਰਿਹਾ। ਤੁਹਾਨੂੰ ਸਵਾਲ ਤਾਂ ਹੀ ਪੁੱਛ ਰਿਹਾ ਸੀਗਾ ਕਿਉਂਕਿ 6 ਮਹੀਨੇ ਦੇ ਵਿੱਚ ਦੂਸਰਾ ਗੇੜਾ ਤੁਹਾਡਾ ਅਮਰੀਕਾ ਤੋਂ ਬਾਅਦ ਇੰਡੀਆ 'ਚ ਆਉਣਾ। 2 ਮਹੀਨਿਆਂ ਦੇ ਵਿੱਚ ਆਪਾਂ ਪਹਿਲਾਂ 6 ਮਹੀਨੇ ਪਹਿਲਾਂ ਮਿਲੇ ਸੀ, ਮੈਂ ਤਾਂ ਕਿਹਾ ਠੀਕ ਹੈ, ਯਾਨੀ 2 ਮਹੀਨਿਆਂ 'ਚ ਤੁਹਾਡਾ ਦੂਸਰਾ ਗੇੜਾ। ਤੇ ਉਸ ਤੋਂ ਬਾਅਦ ਵੀ ਜਦੋਂ ਆਪਾਂ ਦਿੱਲੀ ਵੀ ਮਿਲੇ ਸੀ, ਤੁਸੀਂ ਉਦੋਂ ਵੀ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਦੇ ਨਾਲ ਮੀਟਿੰਗ 'ਚ ਸੀਗੇ। ਹੁਣ ਵੀ ਤੁਸੀਂ ਲਗਾਤਾਰ ਉਹਨਾਂ ਦੇ ਨਾਲ ਟਾਈ ਅਪ ਦੇ ਵਿੱਚ। ਸਵਾਲ ਤਾਂ ਉੱਠ ਰਹੇ ਨੇ ਕਿ ਇਸ ਵਕਤ ਸ਼ਾਇਦ ਕੁਝ ਵੱਡਾ ਕਰਨ ਵਾਲੇ ਹੋ ਕਿ ਕੇਂਦਰ ਸਰਕਾਰ ਦੇ ਮਨ ਦੇ ਵਿੱਚ ਕੀ ਚੱਲ ਰਿਹਾ? ਦੇਖੋ, ਕੇਂਦਰ ਸਰਕਾਰ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਵੀ ਦੈਟਸ ਅ $1 ਮਿਲੀਅਨ ਕੁਐਸਚਨ। ਇਹ ਆਪਾਂ ਨਹੀਂ ਦੱਸ ਸਕਦੇ ਹੈਗੇ, ਔਰ ਨਾ ਹੀ ਉਹ ਤੁਹਾਨੂੰ ਦੱਸਣਗੇ ਹੈਗੇ। ਤੁਹਾਡੀ ਕੋਈ ਗੱਲਬਾਤ ਹੁੰਦੀ ਫਿਰ ਇਹਦੇ ਬਾਰੇ? ਜੇ ਤੁਸੀਂ ਵੀ ਕਹਿ ਰਹੇ ਹੋ ਕਿ ਜੋ USA ਦੇ ਪ੍ਰੋਮੀਨੈਂਟ ਪਰਸਨ ਨੇ ਤੁਹਾਨੂੰ ਕਹਿ ਰਹੇ ਨੇ ਜਾਓ ਤੇ ਗੱਲਬਾਤ ਕਰੋ, ਤੁਸੀਂ ਆਏ ਵੀ ਹੋ ਗੱਲਬਾਤ ਕਰਨ, ਫਿਰ ਤੁਸੀਂ ਗੱਲਬਾਤ ਕੀਤੀ ਹੈ ਕਿਸੇ ਦੇ ਨਾਲ? ਗੱਲਬਾਤ ਤਾਂ ਫਿਰ ਚੱਲਦੀ ਰਹਿੰਦੀ ਹੈਗੀ ਜੀ। ਅੱਛਾ, ਹਾਂਜੀ ਹਾਂ। ਸਰਕਾਰ ਮੰਨ ਰਹੀ ਹੈ ਕੁਝ ਗੱਲਾਂ ਬਾਤਾਂ ਹੁਣ? ਦੇਖੋ ਜੇ ਤੁਸੀਂ ਸਰਕਾਰ ਕੋਲ ਜਾਂਦੇ ਹੋ, ਉਹ ਕਹਿੰਦੇ ਵੀ ਦੇਖੋ ਅਸੀਂ ਇੰਨੀ ਆਫਰ ਦੇ ਚੁੱਕੇ ਹੈਗੇ ਆ, ਅਸੀਂ ਉਹਨਾਂ ਨੂੰ ਜੋ ਵੀ ਅਮੈਂਡਮੈਂਟ ਕਰਨੇ ਹੈਗੇ ਨੇ ਅਸੀਂ ਰੈਡੀ ਹੈਗੇ ਆ। 2 ਸਾਲਾਂ ਵਾਸਤੇ ਤੁਸੀਂ ਹੋਲ 'ਤੇ ਪਾਉਣ ਵਾਸਤੇ ਵੀ ਤਿਆਰ ਹੈਗੇ ਆ। ਕਮੇਟੀ ਵੀ ਬਣਾਉਣ ਵਾਸਤੇ ਤਿਆਰ ਹੈਗੇ ਆ। ਉਹਦੇ ਵਿੱਚ ਕਮੇਟੀ ਦੇ ਵਿੱਚ ਉਹਨਾਂ ਦੇ ਜਿਹੜੇ ਕਿਸਾਨਾਂ ਦੇ ਹੋਰ ਮੈਂਬਰ ਹੈਗੇ ਨੇ ਉਹ ਵੀ ਐਡ ਕਰ ਲੈਣਗੇ ਹੈਗੇ, ਤਾਂ ਜੋ ਉਹ ਉਹਨਾਂ ਵੱਲੋਂ ਇਹ ਆਫਰ ਹੈਗਾ ਜਿਹੜਾ ਪਹਿਲਾਂ ਹੈਗਾ ਸੀ ਉਹ ਅੱਜ ਵੀ ਹੈਗਾ। ਪਰ ਉਹ ਕਹਿੰਦੇ ਵੀ ਤੁਸੀਂ ਕਿਸਾਨਾਂ ਦੇ ਨਾਲ ਗੱਲ ਕਰਕੇ ਦੇਖੋ। ਪਰ ਕਿਸਾਨ ਤਾਂ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਹੈਗਾ ਆਫਰ ਵੀ, ਅਸੀਂ ਤਾਂ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ। ਤੇ ਫਿਰ ਹੁਣ ਜੋ ਇਹ ਸਥਿਤੀ ਬਣੀ ਵੀ ਹੈ, ਖਤਮ ਕਿੱਦਾਂ ਹੋਊਗੀ? ਕਿਸਾਨ ਤਾਂ ਅੱਜ ਵੀ ਉੱਥੇ ਬੈਠੇ ਨੇ, ਪਹਿਲਾਂ ਸਰਦੀਆਂ 'ਚ ਬੈਠੇ ਸੀ, ਹੁਣ ਪੂਰੀ ਗਰਮੀ ਆ, ਹੁਣ ਗਰਮੀ 'ਚ ਬੈਠੇ ਆ। ਨਹੀਂ ਦੇਖੋ, ਇਹ ਤਾਂ ਕਹਿੰਦੇ ਹੁੰਦੇ ਨੇ ਵੀ ਜਿਸ ਤਰ੍ਹਾਂ ਉਹ ਗਾਣਾ ਕਮਰ ਗਰੇਵਾਲ ਦਾ ਹੁੰਦਾ ਸੀ, ਪੇਚਾ ਪੈ ਗਿਆ ਸੈਂਟਰ ਦੇ ਨਾਲ। ਹੁਣ ਇਹ ਪੇਚਾ ਪੈਣ ਵਾਲੀ ਗੱਲ ਹੈਗੀ ਹੈ ਵੀ ਦੇਖੋ, ਆਈ ਥਿੰਕ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਵੀ ਸਿਆਣੇ ਬੰਦੇ ਬੈਠੇ ਹੈਗੇ ਨੇ, ਕਿਉਂਕਿ ਜਿਹੜੇ ਕਿਸਾਨ ਲੀਡਰਸ਼ਿਪ ਹੈਗੀ ਹੈ, ਬੜੇ ਸਿਆਣੇ ਬੰਦੇ ਹੈਗੇ ਨੇ, ਸੂਝਵਾਨ ਹੈਗੇ ਨੇ, ਔਰ ਇਹਨਾਂ ਦੀ ਬਹੁਤ ਜ਼ਿਆਦਾ ਦੁਨੀਆ ਭਰ ਦੇ ਵਿੱਚ ਕਿਸਾਨ ਮੂਵਮੈਂਟ ਪਹਿਲੀ ਵਾਰੀ ਮੈਂ ਦੇਖੀ ਹੈਗੀ ਹੈ, ਅਤੇ ਇੰਨਾ ਜ਼ਿਆਦਾ ਪੋਜ਼ੀਟਿਵ ਰਿਸਪੌਂਸ ਮਿਲਿਆ ਹੈਗਾ। ਉਸ ਕਰਕੇ ਜਿਹੜਾ ਇਹ ਫੈਸਲਾ ਕਰਨਗੇ ਹੈਗੇ, ਆਮ ਵੈਰੀ ਸ਼ੋਰ ਕਿ ਇਹਨਾਂ ਨੂੰ ਵੀ ਪਤਾ ਹੈਗਾ ਵੀ ਉੱਥੇ, ਕਿਉਂਕਿ ਉਹਨਾਂ ਦੇ ਲੋਕਾਂ ਦੇ ਨਾਲ ਰਹਿੰਦੇ ਹੈਗੇ ਨੇ, ਲੱਖਾਂ ਲੋਕੀ ਜਿਹੜੇ ਉੱਥੇ ਗਏ ਹੈਗੇ ਨੇ ਜਾਂ ਹੁਣ ਵੀ ਜਿਹੜੇ ਬੈਠੇ ਹੈਗੇ ਨੇ, ਇਹਨਾਂ ਨੂੰ ਵੀ ਬਹੁਤ ਕੰਸਰਨ ਹੈਗਾ। ਆਮ ਸ਼ੋਰ ਕਿ ਇਹਦਾ ਕੋਈ ਪੋਜ਼ੀਟਿਵ ਇਹ ਰਿਜ਼ਲਟ ਕਿਸਾਨ ਵੀ ਜਿੱਦਾਂ ਕੱਢਣਾ ਚਾਹੁੰਦੇ ਹੈਗੇ ਨੇ, ਪਰ ਗੌਰਮੈਂਟ ਵੀ ਕੱਢਣਾ ਚਾਹੁੰਦੀ ਹੈ, ਪਰ ਸਮਹਾਓ ਕਿਤੇ ਨਾ ਕਿਤੇ ਜਿਹੜਾ ਹੈਗਾ ਡਿਫਰੈਂਸਿਸ ਹੈਗੇ ਨੇ, ਉਹ ਜਲਦੀ ਮੈਨੂੰ ਉਮੀਦ ਹੈਗੀ ਹੈ ਵੀ ਇਹ ਹਾਂ ਕੋਸ਼ਿਸ਼ ਹੈਗੀ ਹੈ, ਪਰ ਆਪਾਂ ਕੋਈ ਗਰੰਟੀ ਨਹੀਂ ਦੇ ਸਕਦੇ ਹੈਗੇ ਵੀ ਇਹ ਹੋ ਜਾਏਗਾ ਹੈਗਾ। ਚਲੋ, ਸਰਕਾਰ ਪਾਸੋਂ ਅਗਰ ਦੇਖੀਏ ਗਰੰਟੀ ਨਹੀਂ ਹੀ, ਕਿਸਾਨਾਂ ਦੇ ਜੋ ਧੜੇ ਨੇ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ? ਗੱਲਬਾਤ ਤਾਂ ਚੱਲ ਰਹੀ ਹੈ ਜੀ, ਮੀਡੀਆ 'ਚ ਵੀ ਆ ਰਹੀ ਹੈਗੀ ਹੈ, ਮੀਡੀਆ 'ਚ ਕਾਫੀ ਆ ਰਹੇ ਹੈਗੇ। ਔਰ ਮੈਂ ਕਿਸਾਨ ਨੇਤਾ ਨੇ ਉਹ ਕੀ ਕਹਿੰਦੇ ਨੇ ਤੁਹਾਨੂੰ ਫਿਰ? ਉਹ ਤਾਂ ਇਹੀ ਕਹਿੰਦੇ ਨੇ ਜੀ ਤੁਸੀਂ ਮੋਦੀ ਸਾਹਿਬ ਨੂੰ ਕਹੋ ਵੀ ਤੁਸੀਂ ਇਹ ਰੱਦ ਕਰਨ, ਤੇ ਅਸੀਂ ਰੱਦ ਕਰਨ ਤੇ ਅਸੀਂ ਘਰੇ ਜਾਈਏ ਹੈਗੀ। ਉਹਨਾਂ ਦੀ ਤਾਂ ਬੜੀ ਸਿੰਪਲ ਉਹ ਗੱਲ ਹੈਗੀ ਆ। ਅਤੇ ਪਰ ਮੇਰਾ ਖਿਆਲ ਨਹੀਂ ਵੀ ਜਿਹੜੇ ਇੱਕ ਡੈਡਲਾਕ ਹੋ ਗਿਆ ਹੈਗਾ ਨਾ, ਕੋਈ ਵੀ ਜਦੋਂ ਤੁਸੀਂ ਇੱਕ ਪੱਥਰ 'ਤੇ ਲਕੀਰ ਹੋ ਜਾਂਦੀ ਹੈਗੀ ਹੈ ਵੀ ਮਾਈ ਵੇ ਔਰ ਹਾਈ ਵੇ, ਉਹਦੇ ਫਿਰ ਸੋਲੂਸ਼ਨ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ। ਔਰ ਜੇ ਤੁਸੀਂ ਦੇਖੋ ਵੀ ਗੌਰਮੈਂਟ ਵੱਲੋਂ ਵੀ ਦੇਖੇ ਹੈਗੇ ਵੀ ਇਟ ਇਜ਼ ਨਾਟ ਦੈਟ ਈਜ਼ੀ ਕਿ ਆਪਾਂ ਉਹਨਾਂ ਨੂੰ ਬਲੇਮ ਕਰਦੇ ਹੈਗੇ ਹਾਂ ਵੀ ਕੋਈ ਇੱਦਾਂ ਦੇ ਫੈਸਲੇ ਬੈਕਆਊਟ ਹੋਣਾ ਹੈਗਾ। ਜੇ ਥੋੜ੍ਹੀ ਮੋਟੀ ਫਲੈਕਸੀਬਿਲਿਟੀ ਦੋਨੋਂ ਸਾਈਡ ਤੋਂ ਹੋ ਜਾਏ, ਆਈ ਐਮ ਵੈਰੀ ਹੋਪਫੁਲ ਕਿ ਇਹਦਾ ਕੋਈ ਪੋਜ਼ੀਟਿਵ ਰਿਜ਼ਲਟ ਨਿਕਲੂ। ਪਰ ਇਹਦੇ ਨਾਲ ਹੀ ਵੀ ਕਈ ਵਾਰੀ ਹੁੰਦਾ ਹੈਗਾ ਵੀ ਮੈਂ ਕੁਛ ਫੋਰਸਿਸ ਹੈਗੀਆਂ ਨੇ ਆਊਟਸਾਈਡ ਜਿਹੜੀ ਹੈਗੀਆਂ ਨੇ, ਉਹ ਕਿਸਾਨਾਂ ਦੀ ਮੂਵਮੈਂਟ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੈਗੀਆਂ ਨੇ, ਸ਼ਾਇਦ ਪੈਨੀਟ੍ਰੇਟ ਵੀ ਕਰ ਚੁੱਕੀਆਂ ਹੈਗੀਆਂ ਨੇ। ਉਹਨਾਂ ਦਾ ਇੰਟਰਸਟ ਕਦੇ ਨਹੀਂ ਹੋਊਗਾ ਹੈਗਾ ਵੀ ਇਹਦਾ ਕੋਈ ਪੋਜ਼ੀਟਿਵ ਰਿਜ਼ਲਟ ਨਿਕਲੇ ਹੈਗੇ। ਇਸ ਕਰਕੇ ਦੈਟ ਇਜ਼ ਦਾ ਬਿਗੇਸਟ ਕੰਸਰਨ
ਸਾਨੂੰ ਆਇਡੈਂਟੀਫਾਈ ਕਰਨਾ ਪਊਗਾ ਔਰ ਕਿਸਾਨ ਮੂਵਮੈਂਟ ਨੂੰ ਔਰ ਕਿਸਾਨਾਂ ਨੂੰ ਕਿਸਾਨ ਲੀਡਰਸ਼ਿਪ ਨੂੰ ਸਪੋਰਟ ਕਰਨਾ ਪਊਗਾ। ਜਿਸ ਤਰ੍ਹਾਂ ਕਿ ਲਗਾਤਾਰ ਬਾਹਰੋਂ ਜਿਹੜਾ ਡਾਇਸਪੋਰਾ ਸਪੋਰਟ ਕਰਦਾ ਆ ਰਿਹਾ ਹੈਗਾ, ਸਾਡੀ ਕੋਸ਼ਿਸ਼ ਇਹੀ ਹੈ ਵੀ ਇਹਦੇ ਵਿੱਚੋਂ ਕੋਈ ਜਿਹੜੇ ਗਲਤ ਅੰਸਰ ਹੈਗੇ ਨੇ ਉਸ ਚੀਜ਼ ਦਾ ਕਿਸਾਨਾਂ ਦਾ, ਕਿਉਂਕਿ ਉਹ ਸਾਡੇ ਕਿਸਾਨ ਹੈਗੇ ਨੇ, ਸਾਨੂੰ ਕੰਸਰਨ ਹੈਗਾ, ਇਸੇ ਕਰਕੇ ਅਸੀਂ ਵਾਰੀ-ਵਾਰੀ ਇੱਥੇ ਆ ਰਹੇ ਹੈਗੇ। ਜਿੰਨੇ ਕੁ ਰਿਸੋਰਸਿਸ ਮੇਰੇ ਕੋਲ ਹੈਗੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਅਸੀਂ ਨਹੀਂ ਚਾਹੁੰਦੇ ਹੈਗੇ ਵੀ ਕੋਈ ਗਲਤ ਬੰਦਾ ਸਾਡੇ ਕਿਸਾਨਾਂ ਦਾ ਨਜਾਇਜ਼ ਫਾਇਦਾ ਉਠਾ ਦੇ। ਉਹ ਗਲਤ ਬੰਦਾ ਕੌਣ ਹੋ ਸਕਦਾ? ਕਿਉਂਕਿ ਇਸ ਵਕਤ ਸੋਸ਼ਲ ਮੀਡੀਆ ਤੇ ਦੋ ਨਾਮ ਪੂਰੇ ਛਾਏ ਹੋਏ ਨੇ ਜੋ ਕਿ ਕਿਸਾਨਾਂ ਦੇ ਨਾਲ ਪਹਿਲਾਂ ਸੀਗੇ, ਦੀਪ ਸਿੱਧੂ ਤੇ ਲੱਖਾ ਸਿਧਾਣਾ। ਉਹਨਾਂ ਦੀ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਹੁਣ ਜੋ ਕਿਸਾਨ ਨੇਤਾ ਨੇ ਕਿਤੇ ਨਾ ਕਿਤੇ ਲੱਖੇ ਸਿਧਾਣੇ ਪ੍ਰਤੀ ਨਰਮ ਨੇ, ਉਹਨਾਂ ਨੇ ਕਿਹਾ ਵੀ ਠੀਕ ਹੈ ਕੋਈ ਨਹੀਂ, ਨੌਜਵਾਨ ਖੂਨ ਸੀਗੇ, ਜੋਸ਼ ਦੇ ਵਿੱਚ ਕੁਝ ਗਲਤ ਕਰ ਗਏ, ਪਰ ਦੀਪ ਸਿੱਧੂ ਪ੍ਰਤੀ ਉਹਨਾਂ ਦਾ ਗੁੱਸਾ ਹਲੇ ਵੀ ਠੰਡਾ ਨਹੀਂ ਹੋਇਆ। ਉਹ ਕਹਿੰਦੇ ਨਹੀਂ, ਦੀਪ ਸਿੱਧੂ ਸਾਨੂੰ ਮਨਜ਼ੂਰ ਨਹੀਂ ਹੈਗਾ, ਲੱਖਾ ਸਿਧਾਣਾ ਸਾਨੂੰ ਮਨਜ਼ੂਰ ਆ। ਤੁਸੀਂ ਖਾਸ ਕਰਕੇ ਇਸ ਨੂੰ ਕਿਵੇਂ ਦੇਖਦੇ ਹੋ? ਜਾਂ ਫਿਰ ਫੋਰਨ ਦੇ ਵਿੱਚ ਜੋ ਲੋਕ ਰਹਿੰਦੇ ਨੇ, US ਦੇ ਵਿੱਚ ਰਹਿੰਦੇ ਨੇ, ਉਹ ਲੱਖਾ ਸਿਧਾਣਾ ਔਰ ਦੀਪ ਸਿੱਧੂ ਦੇ ਪ੍ਰਤੀ ਉਹਨਾਂ ਦੇ ਕੀ ਵਿਚਾਰ ਨੇ? ਦੇਖੋ, ਤੁਸੀਂ ਜਾ ਕੇ ਸੋਸ਼ਲ ਮੀਡੀਆ ਤੇ ਦੇਖੋਗੇ ਤੇ ਜਿਸ ਤਰ੍ਹਾਂ ਇਹ 26 ਜਨਵਰੀ ਨੂੰ ਇਨਸੀਡੈਂਟ ਹੋਇਆ ਹੈਗਾ, ਮੈਂ 27 ਜਨਵਰੀ ਨੂੰ ਵਾਸ਼ਿੰਗਟਨ DC ਦੇ ਵਿੱਚ ਹੈਗਾ ਸੀਗਾ, ਉੱਥੋਂ ਮੈਂ ਵੀਡੀਓ ਪਾਈ ਹੈਗੀ ਸੀਗਾ। ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਈ ਔਰ ਅੱਜ ਤੱਕ ਹਮੇਸ਼ਾ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਪਾਈ ਹੈ। ਕਦੇ ਵੀ ਮੈਂ ਨਾ ਕਦੇ ਕਿਸਾਨਾਂ ਦੇ ਖਿਲਾਫ ਮੈਂ ਜਾ ਸਕਦਾ, ਕਿਉਂਕਿ ਮੈਂ ਆਪ ਕਿਸਾਨ ਦਾ ਬੇਟਾ ਹੈਗਾ ਔਰ ਕਿਸਾਨਾਂ ਦੀ ਜੋ ਕੰਟਰੀਬਿਊਸ਼ਨ ਹੈਗੀ ਹੈ ਔਰ ਪੰਜਾਬੀਆਂ ਦੀ ਕੰਟਰੀਬਿਊਸ਼ਨ ਹੈਗੀ ਹੈ ਔਰ ਇਸ ਮੂਵਮੈਂਟ ਨੂੰ ਜਿਸ ਤਰ੍ਹਾਂ ਖੜਾ ਕਰਕੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਕਿਸਾਨਾਂ ਦਾ, ਪੰਜਾਬੀਆਂ ਦਾ ਨਾਂ ਉੱਚਾ ਕਰਿਆ ਹੈਗਾ, ਇਹ ਅਸੀਂ ਹਮੇਸ਼ਾ ਉਹਨਾਂ ਨੂੰ ਜ਼ਿੰਦਗੀ ਭਰ ਦੇਣਦਾਰ ਰਹਾਂਗੇ, ਆਉਣ ਵਾਲੀ ਜਨਰੇਸ਼ਨ ਵੀ ਰਹੂਗੀ। ਪਰ ਇਹਦੇ ਵਿੱਚ ਕੁਝ ਲੋਕੀ ਹੈਗੇ ਨੇ, ਜਿਸ ਤਰ੍ਹਾਂ ਤੁਸੀਂ ਦੋ ਨਾਮ ਮੈਂਸ਼ਨ ਕਰੇ ਹੈਗੇ ਨੇ, ਤੁਸੀਂ ਜਿਹੜਾ ਲੱਖਾ ਸਿਧਾਣਾ ਹੈਗਾ, ਉਹ ਵੀ ਮੇਰਾ ਵੀ ਬਠਿੰਡਾ ਜ਼ਿਲ੍ਹਾ ਹੈਗਾ ਤੇ ਥੋੜ੍ਹਾ ਜਿਹਾ ਸਾਨੂੰ ਡਾਂਗ ਦੇ ਡੇਰੇ ਤੇ ਵੀ ਥੋੜ੍ਹਾ ਜਿਹਾ ਹੁੰਦਾ ਹੈਗਾ, ਥੋੜ੍ਹਾ ਜਿਹਾ ਗਰਮ ਖੂਨ ਹੈਗਾ ਉੱਥੇ, ਕਿਉਂਕਿ ਸਾਡਾ ਜਿਹੜੀ ਉਹ ਬੈਲਟ ਹੈਗੀ ਹੈ ਸੰਗਰੂਰ, ਮਾਨਸਾ, ਬਠਿੰਡਾ ਜਿਹੜੀ ਹੈਗੀ ਹੈ, ਇਹ ਕਮਿਊਨਿਸਟਾਂ ਦੀ ਪਹਿਲਾਂ ਇੱਥੋਂ ਜਿਹੜੀ ਮੂਵਮੈਂਟ ਹੋਈ ਸੀ ਉਹ ਵੀ ਇੱਥੇ ਖੜੀ ਹੋਈ ਸੀ ਔਰ ਆਮ ਆਦਮੀ ਪਾਰਟੀ ਦੀ ਵੀ ਇੱਥੇ ਖੜੀ ਹੋਏਗੀ ਸੀ। ਔਰ ਇਹ ਜਿਵੇਂ ਹੁੰਦਾ ਵੀ ਇਹ ਥੋੜ੍ਹਾ ਜਿਹਾ ਡਾਂਗ ਤੇ ਡੇਰਾ ਹੁੰਦਾ ਹੈਗਾ, ਇਹ ਥੋੜ੍ਹਾ ਜਿਹਾ ਇੱਥੇ ਖੂਨ ਗਰਮ ਹੈਗਾ, ਪਰ ਗੱਲ ਤੇ ਝੰਡਾ ਚੱਕਣ ਵਾਲੇ ਹੁੰਦੇ। ਹਾਂ, ਪਰ ਉਹ ਇਹ ਹੈਗਾ ਵੀ ਆਈ ਥਿੰਕ ਉਹ ਕਾਫੀ ਕੁਝ ਲਰਨ ਕਰ ਚੁੱਕਿਆ ਹੈਗਾ। ਉਹਦੀਆਂ ਲੇਟੈਸਟ ਮੈਂ ਦੇਖ ਰਿਹਾ ਹੈਗਾ, ਸਟੇਟਮੈਂਟਾਂ ਦੇਖ ਰਿਹਾ, ਉਹਨੇ ਕੋਈ ਲੇਟਲੀ ਕੋਈ ਕਿਸਾਨ ਯੂਨੀਅਨ ਦੇ ਖਿਲਾਫ ਨਹੀਂ ਕੋਈ ਕੁਝ ਕਹਿ ਰਿਹਾ ਹੈਗਾ। ਆਈ ਥਿੰਕ ਚਲੋ ਠੀਕ ਹੈ, ਬੰਦਾ ਨੋਬਡੀ ਇਜ਼ ਪਰਫੈਕਟ। ਮੈਂ ਵੀ ਜ਼ਿੰਦਗੀ 'ਚ ਬਹੁਤ ਗਲਤੀਆਂ ਕਰੀਆਂ ਹੋਣਗੀਆਂ, ਉਹਨੇ ਵੀ ਕਰੀਆਂ ਹੋਣਗੀਆਂ, ਪਰ ਐਜ਼ ਲੌਂਗ ਐਜ਼ ਕਿ ਉਹ ਕਹਿ ਰਿਹਾ ਹੈਗਾ ਵੀ ਅੱਗੇ ਤੋਂ ਕੋਈ ਇੱਦਾਂ ਦੀ ਗਲਤੀ ਨਹੀਂ ਹੋਊਗੀ, ਕਿਸਾਨ ਮੂਵਮੈਂਟ ਨੂੰ ਕੋਈ ਬਿਟਰੇ ਨਹੀਂ ਕਰੂਗਾ ਹੈਗਾ ਜਾਂ ਕੋਈ ਇਹਨਾਂ ਦੇ ਖਿਲਾਫ ਨਹੀਂ ਬੋਲੂਗਾ। ਠੀਕ ਹੈ, ਨਾਲ ਲੈ ਕੇ ਜਾਣ ਦੇ, ਸਾਰਿਆਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਵੀ ਹੈਗਾ, ਅੱਛੀ ਗੱਲ ਹੈਗੀ ਹੈ। ਪਰ ਦੂਸਰਾ ਜਿਹੜਾ ਫੈਕਟਰ ਹੈਗਾ, ਦੂਸਰੇ ਜਿਹੜੇ ਕੈਂਡੀਡੇਟ ਹੈਗੇ ਨੇ, ਜਿਹੜਾ ਦੀਪ ਸਿੱਧੂ ਹੈਗੇ ਨੇ, ਉਹਦੇ ਲਈ ਮੇਰੀ ਰਿਜ਼ਰਵੇਸ਼ਨ ਜਿਹੜੀ ਪਹਿਲਾਂ ਸੀ ਉਹ ਅੱਜ ਵੀ ਹੈਗੀ ਆ ਵੀ ਉਸ ਬੰਦੇ ਦੀ ਨਾ ਤਾਂ ਇਸ ਮੂਵਮੈਂਟ 'ਚ ਕੋਈ ਕੰਟਰੀਬਿਊਸ਼ਨ ਹੈਗੀ ਹੈ। ਉਸ ਬੰਦੇ ਨੇ ਗੰਦ ਹੀ ਪਾਇਆ ਹੈਗਾ ਹੁਣ ਤੱਕ, ਸ਼ੁਰੂ ਤੋਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਉਹਨੇ ਜੋ ਉਹਦੀ ਕਾਰਗੁਜ਼ਾਰੀ ਹੈਗੀ ਹੈ ਉਹ ਬੜੀ ਕੁਐਸਚਨੇਬਲ ਹੈਗੀ ਹੈ। ਉਹਦੀ ਵਜ੍ਹਾ ਕਰਕੇ ਸਾਰੇ ਸਿੱਖਾਂ ਨੂੰ ਨਮੋਸ਼ੀ ਦਾ ਜਿਹੜਾ ਹੈਗਾ ਇਹ ਸਾਹਮਣਾ ਕਰਨਾ ਪਿਆ ਹੈਗਾ। ਉਹਦੀ ਜਿਹੜੀ ਐਕਟੀਵਿਟੀ ਹੈਗੀ ਸੀ 26 ਵਾਲੀ, ਜਿਹੜੀ ਜਨਵਰੀ ਵਾਲੀ ਹੈਗੀ, ਉੱਥੇ ਜਾ ਕੇ ਤੁਸੀਂ ਕੇਸਰੀ ਝੰਡੇ ਚੜਾਉਣੇ ਹੈਗੇ, ਹੋਂਦ ਦੀਆਂ ਗੱਲਾਂ ਕਰਨੀਆਂ ਹੈਗੀਆਂ, ਵੱਧ ਅਧਿਕਾਰਾਂ ਦੀਆਂ ਗੱਲਾਂ ਕਰਨੀਆਂ ਵੀ ਕਾਕਾ ਜੀ ਤੁਸੀਂ ਉੱਥੋਂ ਆ ਕੇ, ਬੰਬੇ ਤੋਂ ਆ ਕੇ ਵਕਾਲਤ ਕਰਕੇ ਤੇ ਜਾ ਕੇ ਜਦ ਤੁਸੀਂ ਇੱਥੇ ਬਠਿੰਡੇ ਇੱਥੇ ਹਲ ਵਾਹਿਆ ਹੁੰਦਾ ਹੈਗਾ ਜਾਂ ਸਾਡੇ ਵਾਂਗੂ ਮੋਟਰਾਂ 'ਤੇ ਸੁੱਤੇ ਹੁੰਦੇ ਹੈਗੇ, ਤੁਹਾਨੂੰ ਪਤਾ ਹੁੰਦਾ ਵੀ ਕਿਸਾਨ ਕੀ ਹੁੰਦੇ ਹੈਗੇ ਨੇ, ਉਹਨਾਂ ਦੀਆਂ ਡਿਮਾਂਡ ਕੀ ਹੈਗੇ ਨੇ, ਰਿਐਲਿਟੀ ਉਹ ਦੇਖੋ। ਕਹਿਣ ਦੇ ਨਾਲ ਤਾਂ ਬਹੁਤ, ਉਹ ਤਾਂ ਜੋਗਿੰਦਰ ਯਾਦਵ ਵੀ ਕਹਿੰਦੇ ਹੈਗੇ ਨੇ ਵੀ ਮੈਂ ਕਿਸਾਨ ਹੈਗਾ ਨਾ, ਉਹਦੇ ਮਤਲਬ ਇਹ ਤਾਂ ਨਹੀਂ ਹੈਗਾ ਨਾ ਵੀ ਤੁਸੀਂ ਤੁਹਾਨੂੰ ਪਤਾ ਹੈਗਾ ਵੀ ਕਿਸਾਨ ਕੌਣ ਹੁੰਦੇ ਹੈਗੇ ਨੇ। ਸਾਨੂੰ ਪਤਾ ਹੈ ਵੀ ਅਸੀਂ ਜਦੋਂ ਪਾਣੀ ਲਾਉਂਦੇ ਹੁੰਦੇ ਹੈਗੇ ਸੀ, ਸੱਪਾਂ ਦੇ ਸਿਰੀਆਂ 'ਤੇ ਵੀ ਅਸੀਂ 20 ਵਾਰੀ ਪੈਰ ਰੱਖਿਆ ਹੋਊਗਾ ਹੈਗਾ, ਬਥੇਰੇ ਵਾਰੀ ਉੱਥੇ ਜਿਣ ਕੇ ਆਹ ਦੇਖੋ ਹਲੇ ਵੀ ਦਾਤੀਆਂ ਦੇ ਨਿਸ਼ਾਨ ਸਾਡੇ ਹੱਥਾਂ ਦੇ ਪਏ ਹੈਗੇ ਨੇ, ਮੱਝਾਂ ਅਸੀਂ ਚਾਰੀਆਂ ਹੈਗੀਆਂ ਨੇ। ਸਾਨੂੰ ਪਤਾ ਹੁੰਦਾ ਵੀ ਕਿਸਾਨਾਂ ਦਾ ਦੁੱਖ ਦਰਦ ਕੀ ਹੁੰਦਾ ਹੈਗਾ। ਇੱਕ ਸਾਲ ਮੈਂ 5ਵੀਂ ਤੋਂ ਬਾਅਦ ਦੇ ਫੋਰ ਜੋ ਰੈਕਰਡ 5ਵੀਂ ਕਲਾਸ ਤੋਂ ਘਰੋਂ ਹਟਾ ਲਿਆ ਹੈਗਾ ਸੀਗਾ, ਘਰ ਦੇ ਹਾਲਾਤ ਇੱਦਾਂ ਦੇ ਮਾੜੇ ਹੈਗੇ ਸੀ, ਮੈਂ ਇੱਕ ਸਾਲ ਮੈਂ ਮੱਝਾਂ ਚਾਰੀਆਂ ਹੈਗੀਆਂ ਨੇ ਔਰ ਸਾਨੂੰ ਪਤਾ ਹੁੰਦਾ ਵੀ ਕਿਸਾਨਾਂ ਦਾ ਦੁੱਖ ਦਰਦ ਕੀ ਹੁੰਦਾ ਹੈਗਾ, ਗਰੀਬੀ ਕੀ ਹੁੰਦੀ ਹੈਗੀ ਹੈ, ਕਿਸ ਤਰ੍ਹਾਂ ਉਹਨਾਂ ਦੇ ਕਿਹੜੀਆਂ ਸਮੱਸਿਆ ਹੈਗੀਆਂ ਨੇ। ਤੁਸੀਂ ਬੰਬੇ ਤੋਂ ਆ ਕੇ ਤੁਸੀਂ ਸਡਨਲੀ ਤੁਸੀਂ ਇੱਕ ਹਾਈਜੈਕ ਕਰਨਾ ਚਾਹੁੰਦੇ ਹੈਗੇ ਹੋ, ਜਿਸ ਤਰ੍ਹਾਂ ਕੇਜਰੀਵਾਲ ਨੇ ਜਿਹੜੀ ਇਹਨਾਂ ਦੀ ਜਿਹੜੀ ਪਹਿਲੀ ਮੂਵਮੈਂਟ ਹੈਗੀ ਸੀ ਆਪਣੇ ਅੰਨਾ ਹਜ਼ਾਰੇ ਵਾਲੀ, ਉਹ ਹਾਈਜੈਕ ਕਰੀ ਹੈਗੀ ਸੀ। ਸੇਮ ਕਾਈਂਡ ਆਫ ਜਿਹੜੀ ਇੰਟੈਂਸ਼ਨ ਹੈਗੀ ਸੀ ਉਹਦਾ ਅੱਜ ਤੱਕ ਮੈਨੂੰ ਇਹ ਦੱਸੋ ਵੀ ਉਹਦਾ ਕੋਈ ਕੰਟਰੀਬਿਊਸ਼ਨ ਹੈਗੀ। ਕਿਸਾਨ ਅੰਦੋਲਨ ਦੇ ਵਿੱਚ ਕੁਝ ਅਜਿਹੇ ਲੋਕ ਆ ਗਏ ਨੇ ਜਿਹੜੇ ਕਿ ਸਿਆਸੀ ਫਾਇਦਾ ਲੈਣਾ ਚਾਹੁੰਦੇ ਆ। ਬਿਲਕੁਲ ਫੈਕਟ ਹੈ ਜੀ ਉਹਦਾ। ਜੋ ਦੀਪ ਸਿੱਧੂ ਦਾ ਜਿਹੜਾ ਉਦੋਂ ਜੋ ਕਿਰਦਾਰ ਹੈਗਾ ਸੀ, ਜੋ ਉਹਨੇ ਇਸ ਚੀਜ਼ ਨੂੰ ਇੱਕ ਬੜਾ ਇੱਕ ਰੈਡੀਕਲ ਉਹਨੂੰ ਉਹ ਕਰਨ ਦੀ ਰੰਗ ਦੇਣ ਦੀ ਕੋਸ਼ਿਸ਼ ਕਰੀ ਹੈਗੀ, ਦੈਟ ਇਜ਼ ਨਾਟ ਐਕਸੈਪਟੇਬਲ।
ਆਈ ਵਿਲ ਨੈਵਰ ਬੀਜੇਪੀ ਵਾਲੇ ਤਾਂ ਇਹ ਵੀ ਕਹਿ ਰਹੇ ਨੇ ਕਿ ਜੋ ਕਿਸਾਨ ਨੇਤਾ ਨੇ ਇਹ ਬਹੁਤ ਜਲਦੀ ਸਿਆਸਤ ਦੇ ਵਿੱਚ ਆ ਰਹੇ ਨੇ ਤੇ ਉਹਦੀ ਹੀ ਗਰਾਊਂਡ ਤਿਆਰ ਕਰ ਰਹੇ ਨੇ, ਇਹ ਪ੍ਰੋਟੈਸਟ ਇਸ ਲਈ ਹੋ ਰਹੇ ਪਰ ਆਪਾਂ ਇਸ ਚੀਜ਼ ਤੇ ਆਉਣੇ ਹੈਗੇ ਆ। ਪਰ ਜਿਹੜੀ ਪਹਿਲੀ ਗੱਲ ਜਿਹੜਾ ਜਿਸ ਤਰ੍ਹਾਂ ਦੀਪ ਸਿੱਧੂ ਦਾ ਉਹਦੇ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ। ਜੇਕਰ ਐਡੀ ਵੱਡਾ ਲੀਡਰ ਹੈਗਾ ਸੀਗਾ ਤਾਂ ਇੱਕ ਇੰਨੇ ਬਾਰਡਰ ਹੋਰ ਖਾਲੀ ਪਏ ਹੈਗੇ ਨੇ, ਉਹ ਹੁਣ ਵੀ ਪਏ ਹੈਗੇ ਨੇ। ਜਿਹੜੇ ਉਹਦੇ ਪੈਰੋਕਾਰ ਜਿਹੜੇ ਹਲੇ ਵੀ ਪੋਸਟ ਚੱਕੀ ਫਿਰਦੇ ਨੇ ਉਹਦੇ ਪਿੱਛੇ ਵੀ ਉਹ ਆਪਣੇ ਆਪ ਨੂੰ ਨੇਤਾ ਸਮਝਦੇ ਹੈਗੇ ਨੇ। ਮੈਂ ਉਹਨਾਂ ਨੂੰ ਵੀ ਕਹਿਣਾ ਹੈਗਾ ਵੀ ਆਓ ਤੁਸੀਂ ਉੱਥੇ ਕਿੰਨੇ ਬਾਰਡਰ ਖਾਲੀ ਪਏ ਹੈਗੇ ਨੇ ਹਲੇ ਦਿੱਲੀ ਦੇ, ਤੁਸੀਂ ਵੀ ਆ ਕੇ ਕਰੋ ਉੱਥੇ, ਤੁਸੀਂ 500 ਬੰਦਾ ਬਿਠਾ ਕੇ ਦਿਖਾਓ। ਇਸ ਕਰਕੇ ਵੀ ਜਿਹੜੀ ਕਿਸਾਨਾਂ ਦੀ ਮੂਵਮੈਂਟ ਨੂੰ ਹਾਈਜੈਕ ਕਰਨ ਦੀ ਇਹਨਾਂ ਲੋਕਾਂ ਨੇ ਕੋਸ਼ਿਸ਼ ਕਰੀ ਹੈ, ਇਹਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰੀ ਹੈ, ਇਹਨੂੰ ਇੱਕ ਖਾਲਿਸਤਾਨ ਦੇ ਰੰਗ ਦੇਣ ਦੀ ਕੋਸ਼ਿਸ਼ ਕਰੀ ਹੈਗੀ ਹੈ। ਇਹ ਦੀਪ ਸਿੱਧੂ ਦੀ ਜਿਹੜੀ ਕਿਰਦਾਰ ਹੈਗੀ ਹੈ, ਘਟੀਆ ਹਰਕਤ ਉਹਨਾਂ ਦੇ ਕਰਕੇ ਹੋਇਆ ਹੈਗਾ ਜੀ। ਔਰ ਇਹ ਮੈਂ ਕਹਿੰਦਾ ਵੀ ਬਚਤ ਰਹਿ ਗਈ ਹੈਗੀ। ਦਿੱਲੀ ਦੇ ਵਿੱਚ 26 ਨੂੰ ਜਿਹੜਾ ਉੱਥੇ ਇਨਸੀਡੈਂਟ ਹੋਇਆ ਹੈਗਾ ਸੀਗਾ, ਜਿਹੜੇ ਲੋਕਾਂ ਨੇ 84 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਹੈਗਾ ਉਹਨਾਂ ਨੂੰ ਯਾਦ ਹੈਗਾ, ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੈਗੀ ਸੀ। ਇਹਨਾਂ ਲੋਕਾਂ ਦਾ ਕੀ ਜਾਣਾ ਹੈਗਾ ਸੀ, ਇਹਨਾਂ ਨੇ ਭੱਜ ਜਾਣਾ ਹੈਗਾ ਸੀ ਡੱਬੂ ਕੰਧ ਤੇ ਅੱਗ ਲਾ ਕੇ, ਉੱਥੇ ਪਤਾ ਨਹੀਂ ਕਿੰਨੀ ਮਾਵਾਂ ਦੇ ਪੁੱਤ ਮਰਦੇ ਹੈਗੇ। ਇਸ ਕਰਕੇ ਵੀ ਇਹ ਜਿਹੜੇ ਲੋਕੀ ਹੈਗੇ ਨੇ, ਥਿੰਗਸ ਹੈਪਨ ਫਾਰ ਅ ਰੀਜ਼ਨ, ਐਵਰੀ ਕ੍ਰਾਈਸਿਸ ਹੈਜ਼ ਅ ਓਪਰਚੁਨਿਟੀ। ਆਈ ਥਿੰਕ ਇਹਦੇ ਨਾਲ ਇਹਨਾਂ ਲੋਕਾਂ ਦੀ ਔਕਾਤ ਪਤਾ ਚੱਲ ਗਈ ਹੈਗੀ। ਹੁਣ ਜਿੱਥੇ ਹੈਗਾ ਉਹਨੂੰ ਉੱਥੇ ਰਹਿਣ ਦਿਓ। ਇਸ ਕਰਕੇ ਜਿਹੜਾ ਲੀਡਰਸ਼ਿਪ ਹੈਗੀ ਹੈ ਉਹਨਾਂ ਨੂੰ ਪਤਾ ਚੱਲ ਗਿਆ ਵੀ ਕੌਣ ਇਹਨਾਂ ਦੇ ਨਾਲ ਸੀ, ਕੌਣ ਬਿਟਰੇ ਕਰਨਾ ਚਾਹੁੰਦੇ ਹੈਗੇ ਸੀਗੇ। ਤੇ ਇਸ ਕਰਕੇ ਵੀ ਆਈ ਥਿੰਕ ਇਹਨਾਂ ਲਈ ਲੌਂਗ ਟਰਮ ਵਾਸਤੇ ਫਾਇਦਾ ਹੋਏਗਾ ਵੀ ਭਲਾ ਹੋਇਆ ਲੜ ਨੇੜੇ ਛੁੱਟਿਆ ਹੈਗਾ। ਉਹ ਇਹ ਬੰਦੇ ਇੱਕ ਮੂਵਮੈਂਟ 'ਚੋਂ ਦੂਰ ਹੋਏ ਹੈਗੇ, ਕਿਸਾਨਾਂ ਦੀ ਮੂਵਮੈਂਟ 'ਚੋਂ ਦੂਰ ਹੋਏ ਹੈਗੇ। ਕਿਸਾਨ ਜਿਹੜੇ ਹੈਗੇ ਨੇ ਸਿਆਣੇ ਹੈਗੇ ਨੇ, ਸਮਝਦਾਰ ਹੈਗੇ ਨੇ, ਡਾਇਲੌਗ ਇਹਨਾਂ ਦਾ ਗਵਰਨਮੈਂਟ ਨਾਲ ਚੱਲ ਰਿਹਾ ਹੈਗਾ, ਉਹਦੇ ਦਾ ਕੋਈ ਸੋਲੂਸ਼ਨ ਕੱਢ ਲੈਣਗੇ ਹੈਗੇ। ਔਰ ਐਡਾ ਵੱਡਾ ਜਦੋਂ ਮੂਵਮੈਂਟ ਖੜੀ ਹੋ ਜਾਏਗੀ ਦੁਨੀਆ 'ਚ ਪਹਿਲੀ ਵਾਰੀ, ਤੁਸੀਂ ਵੀ ਨਹੀਂ ਦੇਖੀ, ਮੈਂ ਵੀ ਨਹੀਂ ਦੇਖੀ, ਹੋ ਸਕਦਾ ਵੀ ਸਾਡੀ ਪਿਛਲੀ ਜਨਰੇਸ਼ਨ ਨੇ ਵੀ ਨਹੀਂ ਦੇਖੀ ਹੈਗੀ। ਉਹਦੇ ਵਿੱਚ ਇੰਨਾ ਪੀਸਫੁਲ ਮੂਵਮੈਂਟ ਖੜਾ ਕਰਨਾ ਹੈਗਾ। ਔਰ ਕਿਸਾਨ ਲੀਡਰਸ਼ਿਪ ਨੂੰ ਵੀ ਇਸ ਚੀਜ਼ ਦਾ ਕ੍ਰੈਡਿਟ। ਬਿਲਕੁਲ 2 ਮਹੀਨੇ ਪੂਰੇ ਸ਼ਾਂਤੀ ਨਾਲ ਰਿਹਾ, ਪਰ ਇੱਕ ਦਿਨ ਜੋ ਗੜਬੜ ਹੋ ਗਈ ਉਹ ਅੱਜ ਤੱਕ ਸਭ ਨੂੰ ਯਾਦ ਆ। ਬਿਲਕੁਲ 2 ਮਹੀਨਿਆਂ ਦੀ ਸ਼ਾਂਤੀ ਦੇ ਉੱਤੇ ਪਾਣੀ ਫੇਰ ਦਿੱਤਾ ਗਿਆ। ਜਾਣ ਬੁੱਝ ਕੇ ਕਰਾਈ ਗਈ ਹੈਗੇ ਨਾ। ਜੋ ਤੁਸੀਂ ਲੀਡ ਕਰੋਗੇ ਉੱਥੇ ਜਾ ਕੇ ਝੰਡੇ ਚੜਾਓਗੇ, ਫਿਰ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਗਲੋਰੀਫਾਈ ਕਰੋਗੇ ਹੈਗੇ, ਪੁਲਿਸ ਨੂੰ ਕੁੱਟੋਗੇ ਹੈਗੇ। ਔਰ ਧੰਨ ਜਿਗਰਾ ਮੈਂ ਤਾਂ ਇਹ ਕਹਿੰਦਾ ਵੀ ਪ੍ਰਮਾਤਮਾ ਦਾ ਸ਼ੁਕਰ ਹੈਗਾ ਵੀ ਤੁਸੀਂ ਦਿੱਲੀ ਦੀ ਪੁਲਿਸ ਜਿਹੜੀ ਹੈਗੀ ਆ, ਤੁਹਾਨੂੰ ਪਤਾ ਜਿਹੜੇ 84 ਦੇ ਜੋ ਕੁਝ ਹੋਇਆ ਹੈਗਾ ਉਹਨਾਂ ਨੂੰ ਪਤਾ ਹੈਗਾ ਵੀ ਦਿੱਲੀ ਪੁਲਿਸ ਕੀ ਕਰ ਸਕਦੀ ਹੈਗੀ ਆ। ਔਰ ਉੱਥੋਂ ਇਹਨਾਂ ਨੂੰ ਭੱਜਣ ਨੂੰ ਇਹਨਾਂ ਨੂੰ ਵਾਣ ਨਹੀਂ ਲੱਭਣੇ ਹੈਗੇ ਸੀ। ਇਸ ਕਰਕੇ ਮਾਵਾਂ ਦੇ ਪੁੱਤ ਇਹਨਾਂ ਨੂੰ ਮਰਵਾ ਦੇਣੇ ਹੈਗੇ ਸੀਗੇ। ਇਹਨਾਂ ਦਾ ਕੁਝ ਨਹੀਂ ਜਾਣਾ ਹੈਗਾ ਸੀਗਾ। ਇਹ ਤਾਂ ਕਰਕੇ ਵੀ ਚਲੋ ਜੋ ਕੁਝ ਵੀ ਹੋਇਆ ਹੈਗਾ ਵੀ ਠੀਕ ਹੈ, ਜੋ ਇਹਨਾਂ ਦੀ ਔਕਾਤ ਹੈਗੀ ਸੀ ਇਹਨਾਂ ਨੂੰ ਪਤਾ ਚੱਲ ਗਿਆ ਹੈਗਾ। ਇਹ ਜਿਹੜੇ ਖਾਲਿਸਤਾਨੀਆਂ ਨੂੰ ਰੰਗ ਦੇਣਾ ਫਿਰਦੇ ਹੈਗੇ ਸੀਗੇ, ਉਹ ਕੁਝ ਬਾਹਰ ਦੀਆਂ ਹੋਰ ਵੀ ਬੜੀਆਂ ਫੋਰਸਿਸ ਹੈਗੇ ਨੇ ਜਿਨ੍ਹਾਂ ਨੇ ਅੱਜ ਕੱਲ੍ਹ ਵੀ ਇਹਨੂੰ ਨੇਤਾ ਸਮਝਦੇ ਹੈਗੇ ਨੇ। ਮੈਂ ਕਹਿੰਦਾ ਵੀ ਠੀਕ ਹੈ, ਤੁਸੀਂ ਉੱਥੇ ਬੈਠਾ ਹੈਗਾ ਜੇਲ੍ਹ ਦੇ ਵਿੱਚ, ਉਹਦੀ ਕਰਾ ਲਓ ਜ਼ਮਾਨਤ ਕਰਾ ਕੇ ਉਹਨੂੰ ਕਹਿ ਦਿਓ ਉੱਥੇ ਜਾ ਕੇ ਹੋਰ ਕਿਸੇ ਬਾਰਡਰ ਤੇ ਜਾ ਕੇ ਬੈਠ ਜਾਏ ਹੈਗੇ। ਜੋ ਨੇ ਖਾਲਿਸਤਾਨੀ ਬਣਾਉਣਾ ਹੈਗਾ ਜਾਂ ਕੁਛ ਹੋਰ ਬਣਾਉਣਾ ਹੈਗਾ ਤਾਂ ਬੰਦਿਆਂ ਵਾਂਗੂ ਇੱਥੇ ਗੱਲ ਕਰੇ ਹੈਗੇ ਨਾ, ਆਪਣੀ ਮੂਵਮੈਂਟ ਆਪ ਖੜੀ ਕਰੇ ਨਾ। ਕਿਸੇ ਦੀ ਮੂਵਮੈਂਟ ਦੇ ਕਿਉਂ ਹਾਈਜੈਕ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਉਹ ਕਿਸੇ ਨੇ ਕੋਈ ਸਾਡੇ ਹੋਰ ਤੁਰੇ ਫਿਰਦੇ ਹੈਗੇ ਨੇ, ਲਗੌੜ ਜੀ ਤੁਰੀ ਫਿਰਦੀ ਹੈਗੀ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ, ਉਹ ਕਹਿੰਦੇ ਵੀ ਖਾਲਿਸਤਾਨ ਹੀ ਬਣਾਉਣਾ ਹੈਗਾ। ਮੈਂ ਪੁੱਛਣਾ ਚਾਹੁੰਦਾ ਕਿ ਇੱਥੇ ਹੁਣ ਬਾਹਰ ਸਥਿਤੀ ਕਿਵੇਂ ਹੈ, ਕਿਉਂਕਿ ਵਿੱਚ ਬੜੀਆਂ ਵੀਡੀਓਜ਼ ਆ ਰਹੀਆਂ ਨੇ, ਅਗਰ ਕੋਈ ਰੈਲੀ ਕੱਢ ਰਿਹਾ, ਤਿਰੰਗਾ ਝੰਡਾ ਲੱਗਿਆ ਹੋਇਆ, ਸਾਡੇ ਕੋਲ ਵੀਡੀਓ ਵੀ ਆਈ ਸੀ ਚਲਾਈ, ਤੇ ਕੋਈ ਉਹ ਪੱਟ ਕੇ ਸਿੱਟ ਦਿੰਦਾ ਗੱਡੀ ਤੋਂ। ਉੱਥੇ ਹੁਣ ਕੀ ਹੋ ਰਿਹਾ, ਫੋਰਨ ਦੇ ਵਿੱਚ ਕੀ ਹੋ ਰਿਹਾ, ਖਾਸ ਕਰ US ਕੈਨੇਡਾ ਦੇ ਕੀ ਹਾਲਾਤ ਨੇ ਉੱਥੇ? ਦੇਖੋ ਅਨਫੋਰਚੂਨੇਟਲੀ ਜਿਹੜਾ ਹੈਗਾ ਵੀ ਇੱਥੇ ਤਾਂ ਜਿਹੜੀ ਮੂਵਮੈਂਟ ਹੈਗੀ ਹੈ ਕਿਸਾਨਾਂ ਦੀ ਬੜੀ ਪੀਸਫੁਲ ਚੱਲ ਰਹੀ ਹੈਗੀ ਹੈ। ਜਿਹੜੀ ਬਾਹਰ ਚੱਲ ਰਹੀ ਹੈਗੀ ਹੈ ਇਹ ਬੜੀ ਗਲਤ ਰੰਗਤ ਲੈ ਰਹੀ ਹੈਗੀ ਹੈ। ਇਹਦੇ ਵਿੱਚ ਕੁਝ ਐਲੀਮੈਂਟ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਇੱਕ ਧਾਰਮਿਕ ਰੰਗਤ ਦੇਣਾ ਚਾਹੁੰਦੇ ਹੈਗੇ ਨੇ। ਇਹਨੂੰ ਇੱਕ ਸਿੱਖਾਂ ਦੀ ਮੂਵਮੈਂਟ ਬਣਾ ਕੇ ਇਹਨੂੰ ਸਿੱਖ ਵਰਸਸ ਸੈਂਟਰ ਬਣਾਉਣਾ ਚਾਹੁੰਦੇ ਹੈਗੇ ਨੇ। ਉਹਦੇ ਨਾਲ ਜਿਹੜੀ ਹਿੰਦੂ ਔਰ ਸਿੱਖਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ। ਹੁਣ ਜਦੋਂ ਦੇਖੋ 12-13 ਹਜ਼ਾਰ ਉੱਥੇ ਕਾਰ ਆਈ ਹੈਗੀ ਸੀ ਜਦੋਂ 5 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਇੱਕ ਰੈਲੀ ਕਰੀ ਹੈਗੀ ਸੀ, ਕਿਸੇ ਬੰਦੇ ਨੇ ਉਹਨਾਂ ਨੂੰ ਅਪੋਜ਼ ਨਹੀਂ ਕਰਿਆ ਹੈਗਾ। ਹੁਣ ਜੇਕਰ ਕੋਈ ਦੂਸਰਾ ਬੰਦਾ ਕੋਈ, ਮੈਂ ਕਹਿੰਦਾ ਵੀ ਚਲੋ ਪ੍ਰੋ ਗਵਰਨਮੈਂਟ ਵੀ ਕੋਈ ਰੈਲੀ ਕਰਦਾ ਹੈਗਾ, ਆਈ ਥਿੰਕ ਸਾਨੂੰ ਉਸ ਚੀਜ਼ ਦੀ ਐਕਸੈਪਟੈਂਸ ਹੋਣੀ ਚਾਹੀਦੀ ਹੈ, ਇੱਥੇ ਇੰਨੀ ਕੁ ਟੋਲਰੈਂਸ ਹੋਣੀ ਚਾਹੀਦੀ ਹੈ ਵੀ ਠੀਕ ਹੈ ਉਹਨਾਂ ਦੀ ਸਪੋਰਟ ਕਰਦਾ। ਜੇਕਰ ਅਸੀਂ ਉਹਨਾਂ ਦੀਆਂ ਕਾਰਾਂ ਨੂੰ ਭੰਨਾਂਗੇ, ਉਹਨਾਂ ਨੂੰ ਡਰਾਵਾਂਗੇ, ਉਹਨਾਂ ਦੇ ਝੰਡੇ ਫੜਾਂਗੇ ਹੈਗੇ, ਉਹਨਾਂ ਨੂੰ ਪੁਸ਼ ਕਰਾਂਗੇ ਜਿਵੇਂ ਟੋਰਾਂਟੋ 'ਚ ਹੋ ਰਿਹਾ ਹੈਗਾ, ਉੱਥੇ ਮਲੋਟ 'ਚ ਵੀ ਹੋਇਆ। ਤੁਸੀਂ ਮਲੋਟ 'ਚ ਵੀ ਹੋਇਆ ਕਿ ਇੱਕ MLA ਸੀਗੇ BJP ਦੇ, ਉਹਨਾਂ ਦੇ ਕੱਪੜੇ ਫਾੜ ਦਿੱਤੇ ਗਏ। ਉੱਥੇ ਵੀ ਤੁਸੀਂ ਇਹ ਦੇਖੋ, ਸਾਡੇ ਸੈਨ ਫਰਾਂਸਿਸਕੋ ਹੋਇਆ ਹੈਗਾ, ਸਾਡੇ ਕਾਫੀ ਜਗ੍ਹਾ ਤੇ ਹੋਇਆ ਵੀ। ਇਹਦਾ ਮਤਲਬ ਤਾਲੀਬਾਨ ਔਰ ਸਾਡੇ ਇਹਨਾਂ ਲੋਕਾਂ ਦੇ 'ਚ ਕੋਈ ਫਰਕ ਹੀ ਨਹੀਂ ਹੈਗਾ, ਕਿਉਂਕਿ ਤਾਲੀਬਾਨ ਵੀ ਤਾਂ ਮੈਂਟੈਲਿਟੀ ਇਹੀ ਹੈਗੀ ਹੈ ਨਾ ਵੀ ਤੁਸੀਂ ਕਹਿੰਦੇ ਵੀ ਸਾਡੇ ਹਿਸਾਬ ਨਾਲ ਜੋ ਅਸੀਂ ਕਰਦੇ ਹੈਗੇ ਉਹ ਸਾਰਾ ਕੁਝ ਠੀਕ ਹੈ। ਜੇ ਅਸੀਂ ਥੋੜ੍ਹਾ ਜਿਹਾ ਕੋਈ ਦੂਸਰਾ ਬੰਦਾ ਆਵਾਜ਼ ਉਠਾਉਂਦਾ ਹੈਗਾ ਜੀ, ਇਹ ਫਿਰ ਹਿਊਮਨ ਰਾਈਟਸ ਦੀ ਇਹ ਵਾਇਲੇਸ਼ਨ ਹੋ ਗਈ, ਇਹ ਫਰੀਡਮ ਆਫ ਸਪੀਚ ਦੀ ਹੈਗੀ ਹੈ, ਇਹਨਾਂ ਨੂੰ ਸਾਰਾ ਕੁਝ ਮਾਫਕ ਹੈ। ਐਗਜ਼ੈਕਟਲੀ ਸੇਮ ਚੀਜ਼ ਹੁਣ ਉੱਥੇ ਵੀ ਹੋ ਰਿਹਾ ਹੈਗਾ। ਇੱਕ ਤਾਂ ਰੈਡੀਕਲਾਈਜੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈਗੀ ਹੈ। ਦੂਜੀ ਗੱਲ, ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਦੇਖਦੇ ਹੈਗੇ ਨੇ, ਇਹਨਾਂ ਲੋਕਾਂ ਦੇ ਬੱਚੇ ਜਿਹਨਾਂ ਨੇ ਇੱਥੇ ਦਿਨ ਰਾਤ ਇੱਕ ਧੰਦਾ ਖੋਲ੍ਹਿਆ ਹੋਇਆ ਹੈਗਾ, ਦੁਕਾਨਦਾਰੀ ਖੋਲ੍ਹੀ ਹੈ, ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਦੇਖ ਕੇ ਉਹ ਸਕੂਲਾਂ ਦੇ ਵਿੱਚ ਜਾ ਕੇ ਬੁਲਿੰਗ ਸ਼ੁਰੂ ਹੋ ਗਈ ਹੈਗੀ। ਉਹ ਦੂਸਰੇ ਬੱਚਿਆਂ ਨੂੰ ਜਾ ਕੇ ਬੌਦਰ ਕਰਨਗੇ।
ਹੁਣ ਸਿੱਖਾਂ ਦੀ ਇੱਕ ਜਿਹੜੀ ਸਭ ਤੋਂ ਵੱਡੀ ਉਹ ਹੈਗੀ ਹੈ, ਇੱਕ ਪੋਜ਼ਿਟਿਵ ਵੀ ਹੈ, ਇੱਕ ਨੈਗੇਟਿਵ ਹੈ। ਸਿੱਖਾਂ ਦੀ ਆਇਡੈਂਟੀਟੀ ਹੈਗੀ ਹੈ, ਲੱਖਾਂ ਦੇ 'ਚੋਂ ਪਛਾਣੇ ਜਾਂਦੇ ਹੈਗੇ ਨੇ। ਮੈਂ ਕੁਛ ਕਰੂੰਗਾ, ਮੇਰੇ ਸਿਰ ਤੇ ਜਿਹੜੀ ਪੱਗ ਹੈਗੀ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈਗੀ ਹੈ। ਮੇਰੇ ਦੁਆਰਾ ਕੋਈ ਗਲਤ ਕਰਿਆ ਗਿਆ ਕੰਮ ਵੀ ਸਿੱਖ ਕੌਮ ਨੂੰ ਉਨੀ ਨੁਕਸਾਨ ਪਹੁੰਚਾਊਗਾ ਹੈਗਾ। ਇਸ ਕਰਕੇ ਕਿਸੇ ਸਕੂਲਾਂ ਦੇ ਵਿੱਚ ਕੋਈ ਬੁਲਿੰਗ ਕਰਨਾ ਹੈਗਾ, ਕੋਈ ਮਾੜਾ ਇਨਸੀਡੈਂਟ ਕਰਨਾ, ਕਿਸੇ ਨੂੰ ਪੁਸ਼ ਕਰਨਾ, ਕਿਸੇ ਨੂੰ ਥ੍ਰੈਟ ਕਰਨਾ ਹੈਗਾ, ਕਿਸੇ ਬਾਰੇ ਕੋਈ ਇੱਦਾਂ ਦੇ ਸੋਸ਼ਲ ਮੀਡੀਆ 'ਤੇ ਉਹ ਕਰਨਾ ਹੈਗਾ, ਆਈ ਥਿੰਕ ਦੈਟ ਇਜ਼ ਅਨਐਕਸੈਪਟੇਬਲ। ਕਿ ਥੋੜ੍ਹੀ ਮੋਟੀ ਸਿਆਣਪ ਹੋਣੀ ਚਾਹੀਦੀ ਹੈਗੀ ਹੈ। ਹੁਣ ਦੇਖੋ 99% ਜਿਹੜੇ ਲੋਕੀ ਹੈਗੇ ਨੇ ਇਸ ਮੂਵਮੈਂਟ ਦੀ ਸਪੋਰਟ ਕਰਦੇ ਹੈਗੇ ਨੇ। ਸਪੋਰਟ ਕਰਨ ਦੇ ਵੀ ਤਰੀਕੇ ਹੁੰਦੇ ਹੈਗੇ ਨੇ, ਔਰ ਤੁਸੀਂ ਸਿਵਲਾਈਜ਼ ਮੂਵਮੈਂਟ ਦੇ ਵਿੱਚ ਰਹਿ ਕੇ ਤੁਸੀਂ ਸਪੋਰਟ ਕਰ ਰਹੇ ਹੋ, ਲੋਕੀ ਕਰ ਰਹੇ ਹੈਗੇ ਨੇ, ਇੱਥੇ ਵੀ ਹੋ ਰਿਹਾ ਹੈਗਾ। ਪਰ ਤੁਸੀਂ ਕਿਸੇ ਨੂੰ ਜਦੋਂ ਵਾਇਲੈਂਸ ਕਰੋਗੇ ਹੈਗੇ, ਉਹ ਟੋਲਰੇਟ ਨਹੀਂ ਹੋਏਗਾ, ਉੱਥੇ ਵੀ ਨਹੀਂ ਹੋਏਗਾ। ਔਰ ਈਵਨ ਕਿ ਜਿਹੜਾ ਤੁਸੀਂ ਮਲੋਟ ਦਾ ਕਹਿੰਦੇ ਹੈਗੇ ਹੋ, ਜਿਹੜਾ ਉੱਥੇ MLA ਕੋਈ ਆਈ ਥਿੰਕ BJP ਦਾ MLA ਜਿਹੜਾ ਹੈਗਾ ਸੀ, ਉਹਨਾਂ ਦੇ ਕੱਪੜੇ ਪਾੜਨੇ ਹੈਗੇ, ਉਹਨਾਂ ਨੂੰ ਉਹ ਕਰਨਾ ਹੈਗਾ, ਵਾਇਲੈਂਸ ਕਰਨਾ ਹੈਗਾ, ਦੈਟ ਇਜ਼ ਨਾਟ ਦ ਰਾਈਟ ਥਿੰਗ ਟੂ ਡੂ ਇਟ। ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈਗਾ, ਪੰਜਾਬ ਦੇ ਵਿੱਚ ਹੀ ਨਹੀਂ, ਉਹਦਾ ਮੈਸੇਜ ਬਾਹਰ ਜਾਂਦਾ ਹੈਗਾ। ਉਹਦਾ ਮੈਸੇਜ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖਾਂ 'ਤੇ ਵੀ ਅਸਰ ਪੈ ਸਕਦਾ ਹੈਗਾ। ਅੱਜ ਤੁਸੀਂ ਇਹਨਾਂ ਦੇ ਕਿਸੇ ਇੱਦਾਂ ਦੀ ਪਾਰਟੀ ਦੇ ਦੂਜੀ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਉਹ ਕਰਦੇ ਹੈਗੇ ਹੋ, ਕੁੱਟਦੇ ਹੈਗੇ ਹੋ, ਮਾਰਦੇ ਹੈਗੇ ਹੋ, ਵਾਇਲੈਂਸ ਕਰਦੇ ਹੈਗੇ ਹੋ, ਕੱਲ੍ਹ ਨੂੰ ਉਹ ਵਾਇਲੈਂਸ ਕਿਤੇ ਹੋਰ ਵੀ ਹੋ ਸਕਦਾ। ਜੇਕਰ ਕਿਤੇ ਹੋਰ ਹੋਏਗਾ, ਕਿਸੇ ਹੋਰ ਕਮਿਊਨਿਟੀ ਵੱਲੋਂ ਹੋਏਗਾ, ਉਹਦਾ ਫਿਰ ਆਪਾਂ ਇੱਕ ਉਹ ਦੋ ਕਮਿਊਨਿਟੀਆਂ ਦੇ ਵਿਚਕਾਰ ਉਹ ਕਹਿੰਦੇ ਵੀ ਦੇਖੋ ਜੀ ਇਹ ਅਸੀਂ ਮਾਈਨੋਰਿਟੀ ਹੈਗੇ ਹਾਂ, ਮੈਜੋਰਿਟੀ ਹੈਗੀਆਂ, ਫਿਰ ਅਸੀਂ ਉਸ ਚੀਜ਼ ਦਾ ਮੁੱਦਾ ਬਣਾਉਂਦੇ ਹੈਗੇ ਹਾਂ। ਕਿਉਂਕਿ ਜਿਹੜੀ ਚੀਜ਼ ਜੇ ਗਲਤ ਹੈਗੀ ਹੈ ਉਹਨੂੰ ਗਲਤ ਕਹੋ, ਬਿਲਕੁਲ ਉਹਨੂੰ ਗਲਤ ਕਹਿਣਾ ਚਾਹੀਦਾ ਹੈਗਾ। ਤੇ ਇਸ ਕਰਕੇ ਵੀ ਜਿਹੜੇ ਇਸ ਕਿਸਾਨ ਮੂਵਮੈਂਟ ਦੇ ਦੌਰਾਨ ਜਿਹੜੇ ਲੋਕੀ ਬਾਹਰ ਬੈਠ ਕੇ ਆਪਣੀਆਂ ਰੋਟੀਆਂ ਸੇਕ ਰਹੇ ਹੈਗੇ ਨੇ, ਦੁਕਾਨਦਾਰੀ ਚਲਾ ਰਹੇ ਹੈਗੇ ਨੇ ਵੱਖ-ਵੱਖ ਤਰੀਕਿਆਂ ਦੇ ਹਿਸਾਬ ਨਾਲ, ਦੈਟ ਇਜ਼ ਵੈਰੀ ਡੇਂਜਰਸ। ਬਿਲਕੁਲ, ਉਹ ਹੈ ਵੀ ਗਲਤ ਹੈ। ਇਹੀ ਆਰੋਪ ਕੁਝ ਤੁਹਾਡੇ ਤੇ ਵੀ ਲੱਗਦੇ ਨੇ, ਕਿਉਂਕਿ ਇੱਕ ਸਮਾਜ ਸੇਵੀ ਜਥੇਬੰਦੀ ਆ, ਉਹਨਾਂ ਨਾਲ ਤੁਹਾਡੀ ਟਵਿੱਟਰ ਵਾਰ ਚੱਲ ਰਹੀ ਹੈ। ਲੋਕ ਕਹਿ ਰਹੇ ਨੇ ਵੀ ਤੁਸੀਂ ਵੀ, ਵੈਸੇ ਤਾਂ ਤੁਹਾਡਾ ਫੇਮ ਬਹੁਤ ਜ਼ਿਆਦਾ ਵਾ, ਕਹਿੰਦੇ ਹੋਰ ਜ਼ਿਆਦਾ ਉਸ ਨੂੰ ਵਧਾਉਣ ਦੇ ਲਈ ਤੁਸੀਂ ਇਸ ਕਰਕੇ ਕੁਝ ਟਵੀਟ ਵਗੈਰਾ ਕਰਦੇ ਹੋ, ਕੁਝ ਵੀਡੀਓਜ਼ ਰਿਲੀਜ਼ ਕਰਦੇ ਹੋ। ਹਾਲਾਂਕਿ ਉਹ ਬੜੀ ਸਮਾਜ ਸੇਵੀ ਜਥੇਬੰਦੀ ਹੈ। ਦਿੱਲੀ ਦੇ ਵਿੱਚ ਵੀ ਉਹਨਾਂ ਨੇ ਥਾਂ-ਥਾਂ ਦੇ ਲੰਗਰ ਲਗਾਏ ਸੀ ਜਦੋਂ ਫਾਰਮਰ ਪ੍ਰੋਟੈਸਟ ਚੱਲ ਰਿਹਾ ਸੀਗਾ, ਤੇ ਹੁਣ ਵੀ ਕਈ ਜਗ੍ਹਾ ਤੇ ਉਹਨਾਂ ਦੇ ਲੱਗੇ ਹੋਏ ਆ। ਉਹ ਕੀ ਹੈ ਪੂਰਾ ਮਾਮਲਾ, ਉਹ ਕਿਵੇਂ ਜੰਗ ਸ਼ੁਰੂ ਹੋਈ? ਜਿਹੜੀ ਸਮਾਜ ਸੇਵੀ ਜਿਹੜੀ ਸੰਸਥਾ ਹੈਗੀ ਆ, ਉਸ ਸੰਸਥਾ ਦਾ ਨਾਮ ਹੈਗਾ ਖਾਲਸਾ ਏਡ। ਖਾਲਸਾ ਏਡ ਦੇ ਜਿਹੜੇ CEO ਹੈਗੇ ਨੇ ਮਿਸਟਰ ਰਵੀ ਸਿੰਘ ਹੈਗੇ ਨੇ, ਰਵਿੰਦਰ ਸਿੰਘ, ਲੰਡਨ ਦੇ ਵਿੱਚ ਰਹਿੰਦੇ ਹੈਗੇ ਨੇ। ਮੈਂ ਹੁਣ ਤੋਂ ਨਹੀਂ, ਮੇਰੇ ਪਿਛਲੇ ਸਾਲ ਤੋਂ ਸਾਡੀ ਉਹ ਟਵੀਟ ਬਾਰ ਸਾਡੀ ਬੈਕ ਐਂਡ ਫੋਰਥ ਚੱਲ ਰਹੀ ਹੈਗੀ ਹੈ, ਔਰ ਮੇਰੇ ਟਵੀਟਰ ਸਾਰੇ ਉੱਥੇ ਪਏ ਹੈਗੇ ਨੇ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੈਗੇ ਹੋ। ਮੈਂ ਕਦੇ ਵੀ ਅੱਜ ਤੱਕ ਖਾਲਸਾ ਏਡ ਦੇ ਉੱਤੇ ਕਦੇ ਕੁਐਸਚਨ ਨਹੀਂ ਕਰਿਆ ਹੈਗਾ। ਖਾਲਸਾ ਏਡ ਦਾ ਜਿਹੜਾ ਏਮ ਹੈਗਾ ਸੀ, ਲੰਗਰ ਹੈਗਾ ਸੀ, ਲੰਗਰ ਦੀ ਪ੍ਰਥਾ ਹੈਗੀ ਸੀ, ਉਹਨਾਂ ਨੇ ਬੜਾ ਚੰਗਾ ਕੰਮ ਕਰਿਆ ਹੈਗਾ, ਸੋਹਣਾ ਕੰਮ ਕਰਿਆ। ਉਹ ਸੋਹਣੇ ਉਪਰਾਲੇ ਦਾ ਤੁਹਾਨੂੰ ਹਮੇਸ਼ਾ ਉਹਨੂੰ ਐਕਨੋਲੇਜ ਕਰਨਾ ਚਾਹੀਦਾ ਹੈਗਾ, ਐਪਰੀਸ਼ੀਏਟ ਕਰਨਾ ਚਾਹੀਦਾ ਹੈਗਾ, ਉਹਨਾਂ ਨੇ ਕਰਿਆ ਹੈਗਾ। ਮੇਰੇ ਜਿਹੜੇ ਕੁਐਸਚਨ ਹੈਗੇ ਸੀ, ਮੇਰੇ ਕੁਐਸਚਨ ਹੈਗਾ ਸੀ ਰਵੀ ਸਿੰਘ ਦੇ ਉੱਤੇ, ਨਾ ਕਿ ਖਾਲਸਾ ਏਡ ਦੇ ਉੱਤੇ, ਕਿਉਂਕਿ ਉਹ CEO ਹੈਗੇ ਨੇ ਖਾਲਸਾ ਏਡ ਦੇ, ਤੇ ਤਾਂ ਕਰਕੇ ਉਹ ਓਬਵੀਅਸਲੀ ਬੰਦਾ ਸੋਚਦਾ ਹੈਗਾ ਵੀ ਖਾਲਸਾ ਏਡ ਦਾ ਕਰਦਾ ਹੈਗਾ। ਮੇਰੇ ਕੁਐਸਚਨ ਬੜੇ ਜਾਇਜ਼ ਹੈਗੇ ਸੀਗੇ, ਮੈਂ ਅਜੇ ਵੀ ਕਹਿਣਾ ਹੈਗਾ, ਮੈਂ ਠੋਕ ਕੇ ਕਹਿਣਾ, ਮੇਰੀ ਜਾ ਕੇ ਵੀਡੀਓ ਤੁਸੀਂ ਜਾ ਕੇ ਉਹ ਚੈੱਕ ਕਰ ਲਓ ਹੈਗੋ। ਉਹਦੇ ਵਿੱਚ ਮੈਂ ਇਹ ਕਿਹਾ ਹੈਗਾ ਸੀ ਵੀ ਦੇਖੋ ਰਵੀ ਸਿੰਘ ਜੀ, ਜਿਹੜੀ ਇਹ ਮੂਵਮੈਂਟ ਹੈਗੀ ਹੈ, ਇਹ ਕਿਸਾਨਾਂ ਦੀ ਮੂਵਮੈਂਟ ਹੈਗੀ ਹੈ। ਅੱਜ ਤੱਕ ਕਿਸਾਨ ਮੂਵਮੈਂਟ ਦੇ ਵਿੱਚ ਕਿਤੇ ਕਿਸੇ ਹੋਰ ਇੰਨੇ ਲੋਕੀ ਸੇਵਾ ਕਰ ਰਹੇ ਹੈਗੇ ਨੇ, ਕਿਸੇ ਦੀ ਕੰਟਰੋਵਰਸੀ ਹਰ ਕਮਿਊਨਿਟੀ ਦੇ ਸਿੱਖ ਵੀ ਹੈਗੇ ਨੇ, ਹਿੰਦੂ ਵੀ ਹੈਗੇ ਨੇ, ਮੁਸਲਮਾਨ ਵੀ ਹੈਗੇ ਨੇ, ਉਹ 'ਚ ਪੰਜਾਬੀ, ਉਹ ਇਕੱਲੇ ਸਿੱਖ ਨਹੀਂ ਹੈਗੇ, ਉਹਦੇ ਵਿੱਚ ਪੰਜਾਬੀ ਵੀ ਹੈਗੇ ਨੇ, ਹਰਿਆਣਵੀ ਹੈਗੇ ਨੇ, ਉਹਦੇ ਵਿੱਚ ਯੂਪੀ ਦੇ ਹੈਗੇ ਨੇ, ਹਰ ਸਟੇਟ ਦੇ ਹੈਗੇ ਨੇ। ਉੱਥੇ ਜਾ ਕੇ ਤੁਸੀਂ ਐਂਟੀ ਇੰਡੀਆ ਐਕਟੀਵਿਟੀ, ਤੁਸੀਂ ਇੱਕ ਸਿੱਖਾਂ ਦਾ ਮੁੱਦਾ ਵਿੱਚ ਉਹ ਕਰ ਦੇਣਾ ਹੈਗਾ, ਇਸ ਮੂਵਮੈਂਟ ਨੂੰ ਕਹਿਣਾ ਹੈਗਾ ਵੀ ਇਹ ਸਿੱਖਾਂ ਦੀ ਮੂਵਮੈਂਟ ਹੈਗੀ ਹੈ, ਦਿਸ ਐਂਡ ਦੈਟ। ਉਹਦੇ ਵਿੱਚੋਂ ਫਿਰ ਨਹੀਂ, ਇਹ ਜੀ ਨੌਜਵਾਨਾਂ ਦੀ ਹੈਗਾ, ਨੌਜਵਾਨਾਂ ਨੂੰ ਐਂ ਕਰਨਾ ਚਾਹੀਦਾ, ਦੀਪ ਸਿੱਧੂ ਦੀਆਂ ਤੁਸੀਂ ਇੰਟਰਵਿਊਆਂ ਕਰ ਕਰਕੇ ਉਹਨੂੰ ਪ੍ਰਮੋਟ ਕਰਨਾ ਹੈਗਾ। ਉਹਦੇ ਨਾਲ ਜਿਹੜਾ ਮੈਸੇਜ ਜਾਂਦਾ ਹੈਗਾ ਸੀ, ਬੜਾ ਗਲਤ ਜਾਂਦਾ ਹੈਗਾ ਸੀਗਾ। ਹੁਣ ਦੇਖੋ, ਜੇਕਰ ਉਹਨਾਂ ਦੀ ਇੱਕੋ ਖਾਲਸਾ ਏਡ ਦੇ ਰਵੀ ਸਿੰਘ ਦੇ ਬਾਰੇ ਕੰਟਰੋਵਰਸੀ ਹੋਈ ਹੈਗੀ ਹੈ, ਹੋਰ ਉੱਥੇ ਇੰਨੇ ਬਾਬੇ ਹੈਗੇ ਸੀ, ਲੰਗਰ ਕਿੰਨੇ ਲੋਕਾਂ ਤੋਂ ਸਾਲਾਂ ਬੱਧੀ ਚੱਲ ਰਿਹਾ ਹੈਗਾ, ਸਦੀਆਂ ਬੱਧੀ ਚੱਲਦਾ ਹੈਗਾ, ਕਿਸੇ ਨੇ ਲੰਗਰ ਬਾਰੇ, ਕਿਸੇ ਬੰਦੇ ਬਾਰੇ ਹੋਰ ਕੋਈ ਕੁਐਸਚਨ ਨਹੀਂ ਕਰਿਆ ਹੈਗਾ। ਰਵੀ ਸਿੰਘ ਬਾਰੇ ਕਰਿਆ ਹੈਗਾ। ਰਵੀ ਸਿੰਘ ਹੋਰਾਂ ਨੇ ਵੀ ਹਾਂ ਜੀ ਇਹ ਤਾਂ ਦੇਖੋ ਜੀ ਖਾਲਸਾ ਏਡ ਨੂੰ ਇਹ ਅੱਤਵਾਦੀ ਕਹਿੰਦੇ ਹੈਗੇ ਨੇ, ਫਲਾਨਾ ਉਹ ਕਰਦੇ ਹੈਗੇ ਨੇ, ਉਹ ਕੰਟਰੋਵਰਸੀ ਕ੍ਰੀਏਟ ਕਰਵਾ ਲਈ ਹੈਗੀ। ਚਲੋ ਬਲੇ ਤੁਹਾਨੂੰ ਪਤਾ ਹੁੰਦਾ ਵੀ ਲਾਲਾ ਹੋ ਗਈ ਜਿਹੜੀ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੇ ਹਾਂਜੀ ਐਂ ਕਹਿਤਾ, ਬਾਹ ਕਰਤਾ, ਕੋਈ ਫੈਕਟ ਚੈੱਕ ਕਰਨ ਵਾਸਤੇ ਤਿਆਰ ਨਹੀਂ ਹੁੰਦਾ ਹੈਗਾ। ਮੈਂ ਸਿੰਪਲੀ ਇਹੀ ਕਿਹਾ ਹੈਗਾ ਸੀ ਵੀ ਦੇਖੋ ਰਵੀ ਸਿੰਘ ਜੀ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ, ਪਰ ਇਹ ਸਿੱਖਾਂ ਦਾ ਅੰਦੋਲਨ ਨਹੀਂ ਹੈਗਾ, ਇਹ ਹੈਗਾ ਫਾਰਮਰ ਮੂਵਮੈਂਟ ਹੈਗੀ ਹੈ। ਇਹਨੂੰ ਫਾਰਮਰ ਮੂਵਮੈਂਟ ਰਹਿਣ ਦਿਓ। ਇਹਦੇ ਵਿੱਚੋਂ ਪਲੀਜ਼ ਤੁਸੀਂ ਬਾਹਰ ਬੈਠ ਕੇ, ਏਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠ ਕੇ, ਤੁਸੀਂ ਲੋਕਾਂ ਨੇ ਇੱਥੇ ਪੈਸੇ ਇਕੱਠੇ ਕਰਨ ਦੀ ਇੱਕ ਦੁਕਾਨਦਾਰੀ ਖੋਲ੍ਹੀ ਹੋਈ ਹੈਗੀ ਹੈ। ਉਹ ਮੈਂ ਤਾਂ ਕਹਿ ਰਿਹਾ ਹੈਗਾ ਵੀ ਇਹ ਨਹੀਂ, ਮੈਂ ਖਾਲਸਾ ਏਡ ਦੀ ਨਹੀਂ ਕਹਿ ਰਿਹਾ ਹੈਗਾ, ਹੋਰ ਵੀ ਕਾਫੀ ਉੱਥੇ ਲੋਕੀ ਹੈਗੇ ਨੇ। ਜਿਹੜਾ ਕੋਈ ਕਹਿੰਦਾ ਵੀ ਮੈਂ ਉੱਥੇ ਇਹਨਾਂ ਦੀ ਜ਼ਮਾਨਤਾਂ ਕਰਾਊਂਗਾ ਹੈਗਾ ਜੀ, ਉਹਦੇ ਨਾਂ ਤੇ ਉੱਤੇ ਕਹਿੰਦਾ ਵੀ ਮੈਂ ਉੱਥੇ ਵਕੀਲ ਉਹ ਕਰੇ ਹੋਏ ਨੇ, ਹਾਇਰ ਕਰੇ ਹੈਗੇ ਨੇ, ਫੰਡ ਇਕੱਠਾ ਕਰ ਰਹੇ ਹੈਗੇ ਨੇ, ਔਰ ਇਹਨਾਂ ਨੂੰ ਬਹੁਤ ਜ਼ਿਆਦਾ ਖਾਲਸਾ ਏਡ ਨੂੰ ਫੰਡ ਇਕੱਠਾ ਹੋਇਆ ਹੈਗਾ ਸੀ। ਮੈਂ ਕੁਐਸਚਨ ਕਰਿਆ ਸੀ ਵੀ ਦੇਖੋ ਖਾਲਸਾ ਏਡ ਨੂੰ ਜਿਹੜਾ ਫੰਡ ਇਕੱਠਾ ਹੋਇਆ ਹੈਗਾ,
ਕਿਸਾਨ ਮੂਵਮੈਂਟ ਦੇ ਦੌਰਾਨ ਉਸ ਚੀਜ਼ ਦਾ ਹਿਸਾਬ ਕਿਤਾਬ ਕਿਸਾਨਾਂ ਨੂੰ ਜਾਣਾ ਚਾਹੀਦਾ, ਉਹ ਮੈਨੂੰ ਨਹੀਂ ਜਾਣਾ ਚਾਹੀਦਾ ਹੈਗਾ ਕਿਸਾਨ ਮੂਵਮੈਂਟ ਨੂੰ, ਕਿਉਂਕਿ ਤੁਹਾਡੀ ਕੰਟਰੋਵਰਸੀ ਹੋਈ ਹੈ, ਤੁਹਾਨੂੰ ਹਾਈਲਾਈਟ ਹੋ ਕੇ ਤੁਹਾਨੂੰ ਇੰਨੀ ਜ਼ਿਆਦਾ ਡੋਨੇਸ਼ਨ ਆ ਰਹੀ ਹੈਗੀ ਹੈ, ਸਡਨਲੀ ਸਪਾਈਕ ਤੁਹਾਡੀ ਆਈ ਹੈਗੀ ਹੈ, ਤੁਸੀਂ ਬਿਲਕੁਲ ਟਰਾਂਸਪੇਰੈਂਟ ਬਣੋ। ਤੁਸੀਂ ਜਿਹੜੀ ਉਹਨਾਂ ਦੇ ਦੌਰਾਨ ਤੁਹਾਨੂੰ ਉਹ ਆ ਰਹੀ ਹੈਗੀ ਹੈ, ਤੁਹਾਨੂੰ ਤਾਂ ਬਿਲਕੁਲ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈਗੀ ਹੈ। ਤੁਸੀਂ ਉੱਥੇ ਆਪਣਾ ਲਗਾਇਆ ਹੋਇਆ ਹੈਗਾ, ਉੱਥੇ ਮੈਂ ਜਿਹੜਾ ਬੂਥ ਵੀ ਲਗਾਇਆ ਹੋਇਆ ਹੈਗਾ, ਉਹਦੇ ਵਿੱਚ ਮੈਂ ਹੋਰ ਵੀ ਕਾਫੀ ਕਿਸਾਨ ਲੀਡਰਾਂ ਨੂੰ ਮਿਲਿਆ ਹੈਗਾ। ਉਹਨਾਂ ਨੇ ਵੀ ਅਸੀਂ ਕਿਹਾ, ਕਹਿੰਦੇ ਵੀ ਚਹਿਲ ਸਾਹਿਬ ਸਾਡੇ ਕੋਲੇ ਇੱਥੇ ਟਰੱਕਾਂ ਦੇ ਟਰੱਕ ਸਮਾਨ ਆਉਂਦੇ ਹੈਗੇ ਸੀ, ਲੋਕੀ ਆਉਂਦੇ ਸੀ, ਕਹਿੰਦੇ ਸਾਨੂੰ ਆ ਕੇ ਕਹਿੰਦੇ ਹੈਗੇ ਸੀ ਵੀ ਤੁਸੀਂ ਸਾਡੇ ਕੋਲੇ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ, ਕਹਿੰਦੇ ਅਸੀਂ ਕਹਿੰਦੇ ਹੈਗੇ ਸੀ ਵੀ ਦੁੱਖ ਸਾਡੇ ਕੋਲੇ ਉਹ ਨਹੀਂ ਹੈਗਾ, ਆਹ ਖਾਲਸਾ ਏਡ ਵਾਲਿਆਂ ਨੂੰ ਦੇ ਦਿਓ, ਇਹ ਡਿਸਟਰੀਬਿਊਟ ਕਰ ਦੇਣਗੇ। ਇਹਨਾਂ ਨੇ ਮੌਲ ਲਵਾ ਲਿਆ ਹੈਗਾ ਸੀਗਾ, ਉਹ ਮੌਲ ਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਖਾਲਸਾ ਏਡ ਵੱਲੋਂ ਖਾਲਸਾ ਏਡ ਕਦੇ ਖਰੀਦ ਕੇ ਦੇ ਰਹੀ ਹੈਗੀ ਹੈ, ਟੈਕਨੀਕਲੀ ਤਾਂ ਉਹ ਡਿਸਟਰੀਬਿਊਟ ਕਰ ਰਹੇ ਹੈਗੇ ਸੀਗੇ। ਔਰ ਇਹ ਰਵੀ ਸਿੰਘ ਇਹ ਆਪਣੀ ਆਪ ਉਹਦੇ ਇੰਟਰਵਿਊ 'ਚ ਵੀ ਕਹਿ ਰਹੇ ਹੈਗੇ ਨੇ, ਮੰਨ ਰਹੇ ਹੈਗੇ ਨੇ ਵੀ ਹਾਂ ਉਹਦੇ ਨਾਂ ਦੇ ਉੱਤੇ ਜਿਹੜਾ ਪੈਸਾ ਇਕੱਠਾ ਕਰਿਆ ਹੈ, ਮੈਂ ਇਹ ਰਿਕੁਐਸਟ ਕਰੀ ਹੈਗੀ ਸੀ ਵੀ ਦੇਖੋ ਕਿਸਾਨਾਂ ਦਾ ਜਿਹੜਾ ਪੈਸਾ ਹੈਗਾ ਉਹਨਾਂ ਨੂੰ ਦੇ ਦਿਓ, ਨਾਲੇ ਜਿਹੜਾ 150 ਕਰੋੜ ਰੁਪਈਆ ਜਿਹੜਾ ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਹੜ੍ਹ ਆਏ ਹੈਗੇ ਸੀਗੇ ਉਦੋਂ ਇਹਨਾਂ ਨੇ ਬਹੁਤ 150 ਕਰੋੜ ਰੁਪਈਆ ਇਹਨਾਂ ਕੋਲ ਇਕੱਠਾ ਹੋਇਆ ਹੈਗਾ, ਜਿੰਨਾ ਵੀ ਹੋਇਆ ਹੈਗਾ। ਕਹਿੰਦੇ ਅਸੀਂ ਖਰਚਾ ਵੀ ਕਾਫੀ ਕੀਤਾ, ਲੋਕਾਂ ਨੂੰ ਮੱਝਾਂ ਦਿੱਤੀਆਂ ਨੇ, ਟਰੈਕਟਰ ਵੀ ਦਿੱਤੇ ਆ ਕਈ। ਮੈਨੂੰ ਦੱਸ ਦਿਓ ਵੀ ਉਹਨਾਂ ਨੇ 15 ਮੱਝਾਂ ਦਿੱਤੀਆਂ ਹੋਣੀਆਂ, 20 ਦਿੱਤੀਆਂ ਹੋਣੀਆਂ, 50 ਦਿੱਤੀਆਂ ਹੋਣਗੀਆਂ, ਕਿੰਨੇ ਟਰੈਕਟਰ ਹੈਗੇ ਨੇ, ਉਹਦੀ ਤੁਸੀਂ ਉਹ ਟਰਾਂਸਪੇਰੈਂਸੀ ਰੱਖੋ ਨਾ। ਮੇਰਾ ਕੁਐਸਚਨ ਸੀ ਵੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਤੁਸੀਂ 150 ਕਰੋੜ ਰੁਪਈਆ ਇੱਕ ਬਹੁਤ ਜ਼ਿਆਦਾ ਹੁੰਦਾ ਹੈਗਾ, ਤੁਸੀਂ ਰੋਜ਼ ਹੀ ਬਹਾਨਾ ਜਿਹਾ ਬਣਾ ਕੇ ਪੋਲੀ ਜੀ ਗੱਲ ਕਹਿ ਕੇ ਹਾਂਜੀ ਇੱਕ ਆਪਣਾ ਚਿਹਰਾ ਮੋਹਰਾ ਇਦਾਂ ਦਾ ਬਣਾ ਲੈਂਦਾ ਹੈਗਾ ਬੰਦਾ, ਦੇਖੋ ਜੀ ਮੈਂ ਤਾਂ ਮੇਰੇ ਤੇ ਤਾਂ ਸੁਖੀ ਚਹਿਲ ਜੀ ਕੁਐਸਚਨ ਕਰਦਾ ਫਲਾਨਾ ਕਰਦਾ, ਮੈਂ ਜੈਨੂਅਨ ਕੁਐਸਚਨ ਪੁੱਛ ਰਿਹਾ ਹੈਗਾ। ਮੈਨੂੰ ਤੁਸੀਂ ਕੁਐਸਚਨ ਕੋਈ ਹਾਰਡ ਕੁਐਸਚਨ ਪੁੱਛੋ, ਮੈਂ ਮੇਰਾ ਫਰਜ਼ ਬਣਦਾ, ਮੇਰੀ ਆਰਗੇਨਾਈਜੇਸ਼ਨ ਹੈਗੀ ਹੈ, ਜੇ ਤੇ ਕੋਈ ਕਿੰਤੂ ਪ੍ਰੰਤੂ ਹੈ ਮੇਰਾ ਫਰਜ਼ ਬਣਦਾ ਤੁਹਾਨੂੰ ਜਵਾਬ ਦੇਣ ਦਾ ਹੈਗਾ। 150 ਕਰੋੜ ਰੁਪਈਆ ਜਿਹੜਾ ਹੈਗਾ ਪੰਜਾਬ ਦੇ ਹੜ੍ਹਾਂ ਦੇ ਉੱਤੇ ਇਹਨਾਂ ਦੇ ਕੋਲੇ ਇਕੱਠਾ ਹੋਇਆ ਹੈਗਾ। ਇਹ ਮੇਰੀ ਇਨਫੋਰਮੇਸ਼ਨ ਹੈ, ਹੋ ਸਕਦਾ ਮੈਂ ਗਲਤ ਹੋਵਾਂ ਹੈਗਾ, ਪਰ ਇਹ ਰਵੀ ਸਿੰਘ ਹੋਰਾਂ ਨੂੰ ਮੈਂ ਪੁੱਛਿਆ ਹੈਗਾ ਸੀ ਕੁਐਸਚਨ ਜਿਹੜੀ ਤੁਸੀਂ ਚਾਹੁੰਦੇ ਕਿ ਤੁਹਾਡਾ ਆਰੋਪ ਹੈ ਤੇ ਇਹਦਾ ਸਪਸ਼ਟੀਕਰਨ ਮਿਲ ਜਾਵੇ ਹੈਗਾ ਵੀ ਤੁਹਾਨੂੰ, ਔਰ ਲੋਕਾਂ ਦੇ ਜਿਨ੍ਹਾਂ ਦੇ ਨਾਂ ਤੇ ਇਕੱਠਾ ਹੋਇਆ ਹੈਗਾ, ਜੇ ਉਹਨਾਂ ਨੂੰ ਨਹੀਂ ਮਿਲਦਾ ਤਾਂ ਡੈਫੀਨੇਟਲੀ ਇਹ ਦੁਕਾਨਦਾਰੀ ਹੈਗੀ ਆ। ਮੈਂ ਇਹੀ ਕਹਿਣਾ ਹੈਗਾ ਸੀਗਾ, ਔਰ ਤੁਹਾਨੂੰ ਉੱਥੇ ਦੇਣਾ ਚਾਹੀਦਾ। ਔਰ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਵੀ ਤੁਸੀਂ ਸਪਸ਼ਟ ਕਰ ਦਿਓ, ਕਿਉਂਕਿ ਜਿਹੜੀ ਇਹ ਖਾਲਸਾ ਏਡ ਕੋਲੇ FCRA ਨੰਬਰ ਨਹੀਂ ਹੈਗਾ। FCRA ਨੰਬਰ ਤੋਂ ਬਿਨਾਂ ਤੁਸੀਂ ਕੋਈ ਵੀ ਆਰਗੇਨਾਈਜੇਸ਼ਨ XYG ਜੇ ਉਹਦੇ ਕੋਲ FCRA ਨੰਬਰ ਨਹੀਂ ਹੈਗਾ, ਇੰਡੀਆ ਦੇ ਵਿੱਚ ਪੈਸਾ ਨਹੀਂ ਭੇਜ ਸਕਦੀ। ਇਹ ਮੈਂ ਤੁਹਾਨੂੰ ਗਰੰਟੀ ਦਿੰਦਾ ਹੈਗਾ ਜੀ, ਮੈਂ ਲੀਗਲੀ ਸਾਰਾ ਕੁਝ ਚੈੱਕ ਕਰ ਚੁੱਕਿਆ ਹੈਗਾ, ਔਰ ਇਹਨਾਂ ਕੋਲੇ ਨਹੀਂ ਹੈਗਾ। ਔਰ ਇਹ ਤੁਸੀਂ ਪੈਸਾ ਤੱਕ ਇਹਨਾਂ ਦੇ ਨਾਂ ਤੇ ਬਾਹਰ ਇਕੱਠਾ ਹੋ ਰਿਹਾ ਹੈਗਾ, ਪਰ ਇੱਥੇ ਨਹੀਂ ਆ ਰਿਹਾ ਹੈਗਾ। ਇਹੀ ਸੇਮ ਚੀਜ਼ ਇਹਨਾਂ ਨੇ ਪਹਿਲਾਂ ਸ਼ਹੀਦ ਪਰਿਵਾਰਾਂ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕਰਿਆ ਹੈਗਾ ਸੀਗਾ, ਉਹਨਾਂ ਨੂੰ ਪੈਸਾ ਨਹੀਂ ਭੇਜਿਆ ਹੈਗਾ। ਔਰ ਜਦੋਂ ਭੇਜਣ ਦੀ ਕੋਸ਼ਿਸ਼ ਕਰ ਰਹੇ ਸੀ ਇਹਨਾਂ ਦੇ NIA ਵੱਲੋਂ ਕੋਈ ਇੱਥੋਂ ਕੋਈ ਕੇਸ ਵੀ ਰਜਿਸਟਰ ਹੋਇਆ ਹੈਗਾ ਸੀਗਾ। ਇਸ ਕਰਕੇ ਮੈਂ ਕਹਿੰਦਾ ਸੀ ਬਜਾਏ ਕਿ ਲੋਕਾਂ ਨੂੰ ਤੁਸੀਂ ਗੁੰਮਰਾਹ ਕਰਨ ਦੇ ਹੈਗੇ, ਕਿਉਂਕਿ ਲੋਕੀ ਦਿਲੋਂ ਜੁੜੇ ਹੋਏ ਹੈਗੇ ਨੇ, ਜਿਹੜੇ ਵਲੰਟੀਅਰ ਹੈਗੇ ਨੇ ਉਹ ਵਿਚਾਰੇ ਟੀ-ਸ਼ਰਟਾਂ ਪਾ ਕੇ ਜਿੱਥੇ ਵੀ ਕੋਈ ਹੁੰਦਾ ਹੈਗਾ ਉਹ ਜਾਂਦੇ ਹੈਗੇ ਨੇ, ਪਰ ਉਹਨਾਂ ਦੇ ਨਾਂ ਤੇ ਕਿਤੇ ਨਾ ਹੋਵੇ ਵੀ ਲੋਕਾਂ ਦਾ ਕਿਤੇ ਜਿਹੜਾ ਇੱਕ ਹੁੰਦਾ ਹੈਗਾ ਵਿਸ਼ਵਾਸ ਹੁੰਦਾ ਨਾ, ਉਹ ਵਿਸ਼ਵਾਸ ਟੁੱਟ ਜੂਗਾ ਹੈਗਾ। ਔਰ ਇਹ ਹੁੰਦਾ ਵੀ ਸਿੱਖ ਕੌਮ ਦੇ ਨਾਲ ਕਈ ਲੋਕਾਂ ਨੇ ਬਿਟਰੇ ਬਹੁਤ ਕਰਿਆ ਹੈਗਾ, ਔਰ ਮੈਨੂੰ ਉਸ ਚੀਜ਼ ਦੀ ਮੈਨੂੰ ਨਹੀਂ ਬਹੁਤ ਲੋਕਾਂ ਨੇ ਬਹੁਤ ਲੋਕੀ ਕੋਈ ਕੁਐਸਚਨ ਨਹੀਂ ਕਰਦਾ ਹੁੰਦਾ ਹੈਗਾ। ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਹਾਂਜੀ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈਗੀ ਹੈ, ਐਂਡ ਆਫ ਦ ਬੈਡ ਕੀ ਟ੍ਰਾਂਸਪੇਰੈਂਸੀ ਚਾਹੀਦੀ ਹੈ। ਉਹ ਦੂਜੀ ਜਦੋਂ ਮੈਂ ਤਾਂ ਉਹਨਾਂ ਤੇ ਕੋਈ ਇਦਾਂ ਦਾ ਕੋਈ ਇਲਜ਼ਾਮ ਨਹੀਂ ਲਾਇਆ ਹੈਗਾ ਵੀ ਉਹਨਾਂ ਨੂੰ ਕਹਿਦਾ ਵੀ ਹਾਂ ਉਹਨਾਂ ਨੂੰ ਬਹੁਤ ਗੁੱਸੇ ਹੋਣਾ ਚਾਹੀਦਾ ਹੈਗਾ, ਉਹਨਾਂ ਨੂੰ ਤਾਂ ਖੁਦ ਖੁਸ਼ ਹੋਣਾ ਚਾਹੀਦਾ। ਹੁਣ ਆਪ ਹੀ ਕਹਿ ਰਹੇ ਨੇ ਵੀ ਹਾਂਜੀ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਉਹ ਟ੍ਰਾਂਸਪੇਰੈਂਸੀ ਦਿੰਦੇ ਹੈ ਨਹੀਂਗੇ, ਦਿਖਾਉਂਦੇ ਹੈ ਨਹੀਂਗੇ, ਕਹੀ ਵੀ ਜਾਂਦੇ ਹੈਗੇ ਨੇ ਵੀ ਹੋਣੀ ਚਾਹੀਦੀ ਜੀ, ਇਹਦੇ ਵਿੱਚ ਇਹਦੀ ਮੈਨੇਜਮੈਂਟ ਚੇਂਜ ਕਰਾਂਗੇ ਫਲਾਨਾ ਕਰਾਂਗੇ ਦਿਸ ਐਂਡ ਦੈਟ। ਇਹ ਬਹੁਤ ਸਾਲ ਦੀ ਮੈਂ ਗੱਲ ਸੁਣਦਾ ਹੈਗਾ। ਇੰਟਰਸਟਿੰਗਲੀ ਉਹਨਾਂ ਨੇ ਮੇਰਾ ਇੱਕ ਵੀ ਉਹਦੇ ਜਵਾਬ ਨਹੀਂ ਦਿੱਤਾ ਹੈਗਾ ਮੇਰੀ ਵੀਡੀਓ ਦਾ। ਉਹਨਾਂ ਨੇ ਇੱਕ ਲਿੰਕ ਸ਼ੇਅਰ ਕਰ ਦਿੰਦੇ ਹੈਗੇ ਨੇ ਜੀ, ਇਹ ਬੰਦਾ ਜੀ ਮੋਲੈਸਟਰ ਹੈਗਾ ਸੀਗਾ, ਇਹ ਬੰਦਾ ਅੱਤਵਾਦੀ ਹੈਗਾ ਸੀ, ਇਹ ਬੰਦਾ ਜੀ ਸਕੂਲ ਪਤਾ ਨਹੀਂ ਕਾਲਜ ਟਾਈਮ ਤੇ ਨਕਲ ਮਾਰਦਾ ਫੜ ਲਿਆ ਹੈਗਾ। ਉਹ ਕਿਸੇ ਮਰਜ਼ੀ ਕਿਸੇ ਪਰਿਵਾਰ ਦੇ ਮੈਂਬਰ ਦੇ ਕਿਸੇ ਨੇ ਸਾਡੀ 20 ਵਾਰੀ ਹੁੰਦੀ ਹੈਗੀ ਕਿਸੇ ਦੀ ਲਿਖੀ ਲਿਖਾਈ ਉਹ ਸ਼ੇਅਰ ਕਰ ਦਿੰਦੇ ਵੀ ਇਹ ਤਾਂ ਜੀ ਬੰਦਾ ਇਹ ਹੈਗਾ ਤਾਂ ਕਰਕੇ ਮੈਂ ਇਹਦਾ ਜਵਾਬ ਨਹੀਂ ਦਿੰਦਾ ਹੈਗਾ। ਇਮੈਜਿਨ ਕਰੋ ਉਹੀ ਜਿਹੜੀ ਸਟੇਟਮੈਂਟ ਹੈਗੀ ਹੈ ਪਾਕਿਸਤਾਨ ਦੀ ਇਸਲਾਮਾਬਾਦ ਦੇ ਵਿੱਚੋਂ ਉਹ ਰਿਲੀਜ਼ ਹੁੰਦੀ ਹੈਗੀ ਹੈ। ਉਹ ਹਾਈਪ ਨਾਂ ਦਾ ਇੱਕ ਵੀਡੀਓ ਚੈਨਲ ਹੈਗਾ, YouTube ਚੈਨਲ ਹੈਗਾ, ਐਗਜ਼ੈਕਟਲੀ ਸੇਮ ਸਟੇਟਮੈਂਟ ਜਿਹੜੀ ਇਹ ਇਸ਼ੂ ਕਰਦੇ ਹੈਗੇ ਨੇ ਉਹ ਪਾਕਿਸਤਾਨ ਤੋਂ ਵੀ ਹੁੰਦੀ ਹੈਗੀ ਹੈ। ਹੁਣ ਮੈਨੂੰ ਪਤਾ ਨਹੀਂ ਚੱਲਦਾ ਹੈਗਾ ਵੀ ਮੈਂ ਉਹਨਾਂ ਤੇ ਕੀ ਇਲਜ਼ਾਮ ਲਾਵਾਂ। ਬੈਕ ਐਂਡ ਤੇ ਇਹਨਾਂ ਦੇ ਰਿਲੇਸ਼ਨ ਨਹੀਂ ਕੋਈ। ਦੇਖੋ ਮੈਂ ਨਹੀਂ ਕਹਿੰਦਾ ਵੀ ਦੇਖੋ ਮੈਂ ਪਾਕਿਸਤਾਨ ਦੀ ਨਹੀਂ, ਇਹਨਾਂ ਦਾ ਜ਼ਿਆਦਾਤਰ ਜਿਹੜਾ ਖਾਲਸਾ ਏਡ ਦਾ ਕੰਮ ਹੈਗਾ ਜਿਹੜਾ 90% ਜਿਹੜਾ ਕੰਮ ਹੈਗਾ ਉਹ ਤਾਂ ਮਿਡਲ ਈਸਟ ਕੰਟਰੀਆਂ ਦੇ ਵਿੱਚ ਹੈਗਾ। ਔਰ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਦੇ ਉੱਤੇ ਵਿਪਤਾ ਪਈ ਹੈਗੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕਰੀ ਵੀ ਦੇਖੋ ਖਾਲਸਾ ਏਡ ਕੋਲ ਇੰਨੇ ਪੈਸੇ ਹੈਗੇ ਨੇ, ਰਵੀ ਸਿੰਘ ਜੀ ਤੁਸੀਂ ਉਹਨਾਂ ਦੀ ਹੈਲਪ ਕਰ ਦਿਓ ਹੈਗੋ, ਉਹਨਾਂ ਦੀ ਨਹੀਂ ਕਰੀ ਹੈਗੀ। ਮੈਂ ਠੋਕ ਕੇ ਕਹਿਣਾ ਹੈਗਾ ਮੇਰੇ ਸਾਹਮਣੇ ਤੁਸੀਂ ਉਹਨਾਂ ਨੂੰ ਡਿਬੇਟ ਕਰਵਾ ਲਓ। ਚਲੋ ਉਮੀਦ ਕਰਦੇ ਕਿ ਸ਼ਾਇਦ ਤੁਹਾਡੇ ਹੁਣ ਰੋਪਾਂ ਤੋਂ ਬਾਅਦ ਉਹਨਾਂ ਦਾ ਜਵਾਬ ਜ਼ਰੂਰ ਨਹੀਂ ਦੇਣਗੇ ਹੈਗੇ। ਮੈਂ ਤੁਹਾਨੂੰ ਮੈਂ ਸ਼ਰੇਆਮ ਕਹਿਣਾ ਹੈਗਾ ਜੇ ਰਵੀ ਸਿੰਘ
ਟਰਾਂਸਪੇਰੈਂਟ ਹੈਗੇ ਨੇ ਮੇਰੇ ਜਿਹੜੇ ਇਹ ਮੈਂ ਅਕਿਊਜ਼ ਵੀ ਨਹੀਂ ਕਰਦਾ ਹੈਗਾ ਮੈਂ ਇਹ ਜਿਹੜੀ ਵੀ 150 ਕਰੋੜ ਰੁਪਈਆ ਇਕੱਠਾ ਹੋਇਆ ਹੈਗਾ ਇਹਨਾਂ ਦੇ ਉੱਤੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਉੱਤੇ ਕਹਿੰਦੇ ਹੈਗੇ ਨੇ ਉਹਨਾਂ ਦਾ ਹਿਸਾਬ ਤਾਂ ਉਹ ਦੇ ਦੇਣ ਵੀ ਕਿੰਨਾ 150 ਕਰੋੜ ਤੋਂ ਕਿੰਨਾ ਆ ਗਿਆ ਹੈਗਾ ਕਿੰਨੇ ਟਰੈਕਟਰ ਇਹਨਾਂ ਨੇ ਉਹ ਕਰ ਦਿੱਤੇ ਕਿੰਨੀਆਂ ਮੱਝਾਂ ਉਹ ਮੱਝਾਂ ਵੀ ਗੁਰਦੁਆਰੇ ਤੋਂ ਲੈ ਕੇ ਲੋਕਾਂ ਨੂੰ ਵੰਡੀਆਂ ਹੈਗੇ ਨੇ ਇਸ ਕਰਕੇ ਆਪਣੇ ਕੋਲੋਂ ਇਹ ਪੈਸਾ ਨਹੀਂ ਭੇਜ ਸਕਦੇ ਹੈਗੇ ਇੱਕ ਉਹ ਗੱਲ ਕਲੀਅਰ ਨਹੀਂ ਕਰਦੇ ਹੈਗੇ ਪਰ ਲਗਾਤਾਰ ਰਹੇ ਨੇ ਨਾ ਇੰਡੀਆ ਦੇ ਵਿੱਚ ਨੇ ਥਾਂ ਦੇ ਉੱਤੇ ਉਹ ਲੋਕੀ ਇੱਥੋਂ ਡੋਨੇਟ ਕਰਦੇ ਨੇ ਨਾ ਉਹ ਤੁਹਾਡੇ ਲੋਕਾਂ ਦਾ ਜਿਹੜੇ ਇੱਥੋਂ ਦੇ ਲੋਕੀ ਹੈਗੇ ਨੇ ਸਿੰਗਰਾਂ ਤੋਂ ਲੈ ਲਿਆ ਪੈਸਾ ਹੈਗਾ ਜਿਹੜਾ ਬੰਦਾ ਜਾਂਦਾ ਹੈਗਾ ਜੀ ਪਹਿਲਾਂ ਕੰਮ ਇਹਨਾਂ ਦੇ ਜੈਕਟ ਪਾਉਣਾ ਹੈਗਾ ਕਿਸੇ ਨੂੰ ਐਪਲ ਦੇਤਾ ਕਿਸੇ ਨੂੰ ਸੇਬ ਦੇਤਾ ਕਿਸੇ ਦੇ ਸਮਾਨ ਇੱਧਰੋਂ ਕੋਈ ਡੋਨੇਟ ਕਰਿਆ ਹੈਗਾ ਉੱਥੇ ਆ ਕੇ ਫੋਟੋ ਖਿਚਾ ਕੇ ਉਹ ਦੇ ਦਿੱਤੀਆਂ ਹੈਗੀਆਂ ਮਾੜੀ ਗੱਲ ਨਹੀਂ ਹੈਗੀ ਪਰ ਉਸ ਚੀਜ਼ ਦਾ ਕੋਈ ਨਾ ਕੋਈ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈਗੀ ਹੈ ਵੀ ਕਿੱਥੋਂ ਆਇਆ ਕਿਹਨੂੰ ਗਿਆ ਹੈਗਾ ਕਿੰਨੇ ਕੁ ਤੁਹਾਡੇ ਉੱਥੇ ਵਲੰਟੀਅਰ ਹੈਗੇ ਨੇ ਕਿੰਨੇ ਕੁ ਤੁਹਾਡੀ ਪੇਮੈਂਟ ਤੁਹਾਡੀ ਪੇ ਹੁੰਦੀ ਹੈਗੀ ਆ ਤੁਸੀਂ ਸਾਰਾ ਉਹ ਰੱਖ ਦਿਓ ਤੁਸੀਂ ਸਿਰਫ ਇੱਕ ਯੂਕੇ ਦਾ ਅਕਾਊਂਟ ਕਿਉਂਕਿ ਉੱਥੇ ਯੂਕੇ ਦੇ ਵਿੱਚ ਰਜਿਸਟਰ ਹੈਗੀ ਹੈ ਯੂਕੇ ਦਾ ਉਹ ਕਰਦੇ ਹੈਗੇ ਹੋ ਕੁਛ ਲੋਕੀ ਤਾਂ ਇਹ ਵੀ ਕਹਿੰਦੇ ਹੈਗੇ ਨੇ ਕੈਸ਼ ਮਨੀ ਬਹੁਤ ਆਉਂਦੀ ਹੈਗੀ ਹੈ ਉਹ ਕੈਸ਼ ਮਨੀ ਕਿੱਥੇ ਜਾਂਦੀ ਹੈਗੀ ਹੈ ਉਹ ਦੂਜੀ ਗੱਲ ਜਦੋਂ ਸਿੱਖਾਂ ਦੇ ਉੱਤੇ ਵਿਪਤਾ ਪੈਂਦੀ ਹੈ ਮੈਕਸਿਮਮ ਸਿੱਖਾਂ ਦਾ ਪੈਸਾ ਹੈਗਾ ਕਿਉਂਕਿ ਰਵੀ ਸਿੰਘ ਤਾਂ ਕੋਈ ਰਵੀ ਸਿੰਘ ਦੀ ਇਹ ਕੋਈ ਆਪਣੀ ਜ਼ਗੀਰ ਨਹੀਂ ਹੈਗੀ ਖਾਲਸਾ ਏਡ ਰਵੀ ਸਿੰਘ ਦੀ ਇਹ ਚੈਰਿਟੀ ਹੈਗੀ ਹੈ ਉਹਨਾਂ ਦੇ ਉਹ ਰਨ ਕਰ ਰਹੇ ਹੈਗੇ ਨੇ ਉਹ ਆਪਣੀ ਪੇ ਲੈ ਰਹੇ ਨੇ ਇਹਦੇ ਵਿੱਚੋਂ ਉਹ ਵੀ ਲੈ ਰਹੇ ਹੈਗੇ ਨੇ ਉਹਨਾਂ ਦੇ ਪਰਿਵਾਰ ਵੀ ਲੈ ਰਿਹਾ ਹੈਗਾ ਉਹਨਾਂ ਦੇ ਰਿਸ਼ਤੇਦਾਰ ਵੀ ਲੈ ਰਹੇ ਹੈਗੇ ਨੇ ਉਹਦੇ 'ਚੋਂ ਪੇ ਲੈ ਰਹੇ ਹੈਗੇ ਨੇ ਇਹਦਾ ਮਤਲਬ ਦੇ ਆਰ ਪੇਡ ਬਾਏ ਦਾ ਜਿਹੜੀ ਆਰਗੇਨਾਈਜੇਸ਼ਨ ਵੱਲੋਂ ਇਹਦਾ ਮਤਲਬ ਜਿਹੜਾ ਹੁੰਦਾ ਹੈਗਾ ਵੀ ਇਹ ਜਿਹੜੀ ਆਰਗੇਨਾਈਜੇਸ਼ਨ ਦੇ ਵਿੱਚੋਂ ਉਹ ਪੇ ਲੈ ਰਹੇ ਹੈਗੇ ਨੇ ਉਹ ਕੋਈ ਅਹਿਸਾਨ ਨਹੀਂ ਕਰ ਰਹੇ ਹੈਗੇ ਉਹਨਾਂ ਨੂੰ ਫਰਜ਼ ਬਣਦਾ ਹੈਗਾ ਵੀ ਉਹਦੇ 'ਚ ਟਰਾਂਸਪੇਰੈਂਸੀ ਹੋਵੇ ਹੈਗੇ ਉਹ ਇਹ ਵੀ ਦੱਸਣ ਵੀ ਕੈਨੇਡਾ ਦੇ ਜਿਹੜੇ ਅਕਾਊਂਟ ਕਿੱਥੇ ਹੈਗੇ ਨੇ ਉਹਨਾਂ ਦੇ ਵਿੱਚ ਕਿੰਨਾ ਆਇਆ ਹੈਗਾ ਇਹ ਤਾਂ ਸਿਰਫ ਆਪਾਂ ਯੂਕੇ ਦੇ ਜਿਹੜੀ ਲਾਸਟ ਜਿਹੜੇ ਈਅਰ ਦਾ ਇਹਨਾਂ ਨੇ ਫਾਈਲਿੰਗ ਕਰੀ ਹੈਗੀ 8.2 ਮਿਲੀਅਨ ਪਾਉਂਡ 8.2 ਮਿਲੀਅਨ ਪਾਉਂਡ ਦਾ ਸ਼ੋਅ ਕਰਿਆ ਔਰ ਆਈ ਐਮ ਸ਼ੋਰ ਕਿ ਜਿਹੜੀ ਇਸ ਸਾਲ ਦੇ ਵਿੱਚ ਜਿਹੜੀ ਡੋਨੇਸ਼ਨ ਇਕੱਠੀ ਹੋਈ ਹੈ ਇਟ ਇਜ਼ ਗੋਨਾ ਬੀ ਮੋਰ ਦੈਨ 12-13 ਮਿਲੀਅਨ ਪੈਸਾ ਬਹੁਤ ਹੁੰਦਾ ਹੈਗਾ ਪਰ ਉਹਨੂੰ ਕਿਸੇ ਪ੍ਰੋਪਰਲੀ ਹੁਣ ਦੇਖੋ ਕਿਸਾਨ ਤਾਂ ਸੁਈਸਾਈਡ ਤਾਂ ਅੱਜ ਕਰ ਰਿਹਾ ਹੈਗਾ ਵਿਚਾਰੇ ਟਰਾਲੀਆਂ ਦੇ ਵਿੱਚ ਬੈਠੇ ਨੇ ਜਿਹੜੇ ਪੈਸੇ ਦੀ ਉਹਨਾਂ ਨੂੰ ਜ਼ਰੂਰਤ ਅੱਜ ਹੈਗੀ ਹੈ ਜਿਹੜੀ ਕਿਸਾਨ ਮੂਵਮੈਂਟ ਜਿਹੜੀ ਹੈਗੀ ਚੱਲ ਰਹੀ ਹੈ ਉਹ 'ਤੇ ਵੀ ਖਰਚਾ ਹੈਗਾ ਉਹਨਾਂ ਨੂੰ ਪੈਸੇ ਦੀ ਤਾਂ ਅੱਜ ਜ਼ਰੂਰਤ ਹੈਗੀ ਹੈ ਜਦੋਂ ਮੂਵਮੈਂਟ ਕੋਈ ਇਹਦੇ ਓਵਰ ਹੋ ਗਈ ਪੋਜ਼ੀਟਿਵ ਔਰ ਨੈਗੇਟਿਵ ਉਸ ਤੋਂ ਬਾਅਦ ਉਹ ਪੈਸੇ ਦਾ ਕੀ ਕਰਨਾ ਹੈਗਾ ਹੁਣ ਫਾਇਦਾ ਤਾਂ ਹੁਣ ਹੈਗਾ ਸੀਗਾ ਜੇ ਰਵੀ ਸਿੰਘ ਨੂੰ ਇੰਨੀ ਹੋਏਗਾ ਸੀਗਾ ਜੇ ਮੈਂ 2-2 ਮਹੀਨੇ ਬਾਅਦ ਗੇੜੇ ਲਗਾ ਸਕਦਾ ਹੈਗਾ ਆਪਣੇ ਆਪ ਨੂੰ ਸਿੱਖ ਕੌਮ ਦਾ ਇੱਕ ਵੱਡਾ ਲੀਡਰ ਕਹਾਉਂਦੇ ਹੈਗੇ ਨੇ ਉਹ ਤਾਂ ਇਹ ਵੀ ਕਹਿੰਦੇ ਹੈਗੇ ਨੇ ਲੋਕਾਂ ਨੂੰ ਵੀ ਕਹਿੰਦੇ ਨੇ ਵੀ ਹਾਂ ਜਲਦੀ ਮੈਨੂੰ ਤਾਂ ਇਹ ਵੀ ਪਤਾ ਚੱਲਿਆ ਵੀ ਉਹ ਲਿਖਵਾਇਆ ਜਾ ਰਿਹਾ ਹੈਗਾ ਵੀ ਨੋਬਲ ਪੀਸ ਪ੍ਰਾਈਜ਼ ਇਹਨਾਂ ਨੂੰ ਮਿਲਣਾ ਚਾਹੀਦਾ ਹੈਗਾ ਪਰ ਜਿਹੜੇ ਕੰਮ ਹੁੰਦੇ ਹੈਗੇ ਨੇ ਉਹ ਵੀ ਨੋਬਲ ਪੀਸ ਬਾਏ ਕਰੋ ਪਰ ਉਹ ਤਾਂ ਤੁਹਾਡੇ ਲਈ ਤਾਂ ਮਾਣ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਅਗਰ ਇੱਕ ਸਿੱਖ ਨੂੰ ਮੈਂ ਕਹਿੰਦਾ ਜੀ ਮੈਂ ਖੁਦ ਡੋਨੇਟ ਕਰਦਾ ਰਿਹਾ ਹੈਗਾ ਖਾਲਸਾ ਏਡ ਨੂੰ ਖੁਦ ਡੋਨੇਟ ਕਰਦਾ ਰਿਹਾ ਹੈਗਾ ਔਰ ਖਾਲਸਾ ਏਡ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਸਿਲੀਕਨ ਵੈਲੀ ਦੇ ਜਿਹੜੇ ਆਪਣੀ ਹੁੰਦੇ ਹੈ ਸੋਸ਼ਲ ਰਿਸਪੌਂਸਿਵ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਹੁੰਦੀ ਹੈ CSR ਹੁੰਦੀ ਹੈਗੀ ਹੈ ਮੈਂ ਇਹ ਕਹਿੰਦਾ ਹੁੰਦਾ ਸੀ ਵੀ ਦੇਖੋ ਇੱਕ ਸਿੱਖਾਂ ਦੀ ਆਰਗੇਨਾਈਜੇਸ਼ਨ ਹੈਗੀ ਹੈ ਕੰਮ ਕਰਦੀ ਤੁਸੀਂ ਡੋਨੇਟ ਕਰੋ ਮੈਂ ਤਾਂ ਖੁਦ ਕਹਿਣਾ ਹੈਗਾ ਮੈਂ ਚਾਹੁੰਦਾ ਵੀ ਕੋਈ ਚੰਗਾ ਕੰਮ ਕਰੇ ਜੇਕਰ ਇਹਨਾਂ ਦਾ ਚੰਗਾ ਕੰਮ ਹੁੰਦਾ ਪਰ ਜਿਹੜੀ ਹਿਸਾਬ ਨਾਲ ਇਹ ਇਹਨਾਂ ਨੇ ਲੇਟੈਸਟ ਟਰਨ ਲਈ ਹੈਗੀ ਹੈ ਐਂਟੀ ਇੰਡੀਆ ਟਰਨ ਲਈ ਹੈਗੀ ਹੈ ਔਰ ਕਿਸੇ ਤੁਸੀਂ ਹਿੰਦੂ ਆਰਗੇਨਾਈਜੇਸ਼ਨ ਦੇ ਹਿੰਦੂ ਲੀਡਰਾਂ ਦੇ ਖਿਲਾਫ ਤੁਸੀਂ ਜਿਹੜੇ ਇਹ ਟਵੀਟ ਕਰ ਰਹੇ ਹੈਗੇ ਨੇ ਉਹ ਇੱਕ ਨਫ਼ਰਤ ਪੈਦਾ ਕਰ ਰਹੇ ਹੈਗੇ ਉਹ ਦੈਟ ਇਜ਼ ਨਾਟ ਐਕਸੈਪਟੇਬਲ ਜਦੋਂ ਤੁਸੀਂ ਡਜ਼ ਨਾਟ ਮੈਟਰ ਕਿ ਕੋਈ ਮਰਜ਼ੀ ਜਿੰਨਾ ਮਰਜ਼ੀ ਮਹਾਨ ਬੰਦਾ ਹੋਵੇ ਆਪਣੇ ਆਪ ਨੂੰ ਕੁਛ ਮਰਜ਼ੀ ਕਹਾਉਂਦਾ ਹੋਵੇ ਦੈਟ ਆਈ ਵਿਲ ਨਾਟ ਐਕਸੈਪਟ ਇਟ ਕਿਉਂਕਿ ਮੇਰੇ ਲਈ ਪਹਿਲਾਂ ਹੈਗਾ ਜਿਹੜੀ ਆਪਣੇ ਆਪਸੀ ਭਾਈਚਾਰਾ ਹੈਗਾ ਬਹੁਤ ਜ਼ਰੂਰੀ ਹੈਗਾ ਤੁਸੀਂ ਬਿਨਾਂ ਮਤਲਬ ਤੋਂ ਕਿਸੇ ਚੀਜ਼ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾ ਲੈਣਾ ਹੈਗਾ ਉਹਨਾਂ ਨੂੰ ਕਿਸੇ ਦੂਸਰੀ ਕਮਿਊਨਿਟੀ ਨੂੰ ਜਿਵੇਂ ਹਿੰਦੂ ਕਮਿਊਨਿਟੀ ਹੈਗੀ ਹੈ 80% ਹੈਗੀ ਹੈ ਔਰ ਸਾਡੀ ਜਿਹੜੀ ਸਿੱਖਾਂ ਦੀ ਹੈ 2% ਹੈਗੀ ਹੈ ਤੁਸੀਂ ਉਹਨਾਂ ਨੂੰ ਇੰਨਾ ਜ਼ਿਆਦਾ ਤੁਸੀਂ ਐਕਸਪਲੋਇਟ ਕਰੋ ਉਹਨਾਂ ਨੂੰ ਇਹਨਾਂ ਨੇ ਜ਼ਿਆਦਾ ਤੁਸੀਂ ਇੱਦਾਂ ਦਾ ਕੁਛ ਉਹਦੇ ਸੋਸ਼ਲ ਮੀਡੀਆ 'ਤੇ ਕਰੋ ਵੀ ਤਾਂ ਜੋ ਇਹਨਾਂ ਦੇ ਨਾਲ ਪੰਗਾ ਪੈ ਜਾਏ 80% ਜਿਹੜੇ ਹੈਗੇ ਨੇ ਵੀ ਦੇਖੋ ਭਲੇ ਲੋਕੋ ਸਾਡੀ ਸਿੱਖਾਂ ਦੀ ਕੰਟਰੀਬਿਊਸ਼ਨ ਹਿੰਦੁਸਤਾਨ ਦੇ ਵਿੱਚ ਕਿੰਨੀ ਜ਼ਿਆਦਾ ਹੈਗੀ ਆ ਤੁਸੀਂ ਹਿਸਟਰੀ ਜਾ ਕੇ ਦੇਖ ਲਓ ਅੱਜ ਤੱਕ ਕੀ ਨਹੀਂ ਕਿੱਥੇ ਕਿਹੜੇ ਸੈਕਟਰ ਦੇ ਵਿੱਚ ਕੰਟਰੀਬਿਊਸ਼ਨ ਨਹੀਂ ਹੈਗੀ ਸਿੱਖਾਂ ਦਾ ਨਾਂ ਜਿਹੜਾ ਹੈਗਾ ਰਵੀ ਸਿੰਘ ਤਾਂ ਹੁਣ ਆਏ ਹੈਗੇ ਨਾ ਤੁਸੀਂ ਦੇਖੋ ਪਹਿਲਾਂ ਅਮਰੀਕਾ ਦੇ ਵਿੱਚੋਂ ਤੁਸੀਂ ਦੇਖੋ 100 ਸਾਲ ਤੋਂ ਪਹਿਲਾਂ ਜਿਹੜੇ ਬਾਬਿਆਂ ਤੋਂ ਗਦਰੀ ਬਾਬਿਆਂ ਤੋਂ ਲੈ ਕੇ ਹੁਣ ਤੱਕ ਜੋ ਉਹਨਾਂ ਦਾ ਕਿਰਦਾਰ ਹੈਗਾ ਉਹਨਾਂ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਹੈਗੇ ਜੇਕਰ ਜੇ ਤੁਸੀਂ ਇੱਥੇ ਜਿੰਨੇ ਪੋਲੀਟੀਕਲ ਸਰਕਲ ਦੇ ਵਿੱਚ ਦੇਖ ਲਓ ਕੈਨੇਡਾ ਸਾਈਡ 'ਤੇ ਦੇਖ ਲਓ ਉਹ ਤਾਂ ਇਹ ਖਾਲਸਾ ਏਡ ਤੋਂ ਬਹੁਤ ਦੇਰ ਪਹਿਲਾਂ ਹੈਗੀ ਹੈ ਜੇ ਹੁਣ ਕੋਈ ਇਹ ਰਵੀ ਸਿੰਘ ਕਹਿਣ ਵੀ ਨਹੀਂ ਵੀ ਮੇਰੇ ਹਿਸਾਬ ਨਾਲ ਸਾਰੀ ਜਿਹੜੀ ਲੀਡਰਸ਼ਿਪ ਹੈਗੀ ਕਿਸਾਨ ਲੀਡਰਸ਼ਿਪ ਉਹਨੂੰ ਮੇਰੀ ਸੁਣਨੀ ਚਾਹੀਦੀ ਹੈਗੀ ਹੈ ਮੈਂ ਕਹਿਣਾ ਹੈਗਾ ਉਹਨਾਂ ਨੂੰ ਐਡਾ ਕਰਨਾ ਚਾਹੀਦਾ ਵਾਹ ਕਰਨਾ ਚਾਹੀਦਾ ਵੀ ਨਹੀਂ ਰਵੀ ਸਿੰਘ ਜੀ ਤੁਹਾਡਾ ਕੰਮ ਹੈਗਾ ਦੇਖੋ ਤੁਸੀਂ ਲੰਗਰ ਦੀ ਸੇਵਾ ਕਰਦੇ ਹੈਗੇ ਹੋ ਲੰਗਰ ਦੀ ਸੇਵਾ ਤੱਕ ਸੀਮਤ ਰਹੋਗੇ ਅੱਛਾ ਰਹੇਗਾ ਹੈਗਾ ਕਿਉਂਕਿ ਉਹ ਤੁਹਾਡੇ ਲਈ ਵੀ ਫਾਇਦਾ ਹੈਗਾ ਸਿੱਖ ਕੌਮ ਲਈ ਫਾਇਦਾ ਹੈਗਾ ਸਾਰਿਆਂ ਲਈ ਫਾਇਦਾ ਹੈਗਾ ਜਦੋਂ ਤੁਸੀਂ ਉਸ ਚੀਜ਼ ਨੂੰ ਇੱਕ ਪੋਲੀਟੀਸਾਈਜ਼ ਕਰਦੇ ਹੈਗੇ ਹੋ ਤੁਸੀਂ ਕਿਸੇ ਐਜੀਟੇਸ਼ਨ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹੋ that is not going to be acceptable
ਐਂਡ ਮੈਂ ਇਸ ਚੀਜ਼ ਦੇ ਵਿੱਚੋਂ ਦੂਜੀ ਗੱਲ ਮੈਂ ਕਹੀ ਹੈਗੀ ਸੀ ਵੀ ਰਵੀ ਸਿੰਘ ਹੋਰਾਂ ਦੀ ਜਿਹੜੀ ਇੱਥੇ ਯੂਕੇ ਦੇ ਵਿੱਚ ਇਹ ਆਪ ਕਹਿੰਦੇ ਹੈਗੇ ਨੇ ਵੀ ਸਾਡੀ ਜਿਹੜੀ ਲੋਕਲ ਮੀਡੀਆ ਹੈਗਾ ਮੇਰੀ ਸਪੋਰਟ ਨਹੀਂ ਕਰਦਾ ਹੈਗਾ। ਮੈਂ ਉਹੀ ਕੁਐਸਚਨ ਕਰਿਆ ਹੈਗਾ ਸੀ ਵੀ ਤੁਹਾਡਾ ਲੋਕਲ ਮੀਡੀਆ ਕਿਉਂ ਨਹੀਂ ਸਪੋਰਟ ਕਰਦਾ ਹੈਗਾ, ਕੋਈ ਵਜ੍ਹਾ ਹੋਏਗੀ ਹੈਗੀ। ਇਸੇ ਕਰਕੇ ਜਦੋਂ ਵੀ ਇਹ ਹੁੰਦਾ ਹੈਗਾ ਲੋਕਡਾਊਨ ਓਵਰ ਹੁੰਦਾ ਹੈਗਾ, ਮੈਂ ਤਾਂ ਆਪਣੇ ਆਪ ਉੱਥੇ ਲੰਡਨ ਚੱਲ ਕੇ ਜਾਵਾਂਗਾ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਹੈਗਾ ਵੀ ਦੇਖੋ ਰਵੀ ਸਿੰਘ ਜੀ, ਮੈਂ ਤੁਹਾਡੇ ਇੱਥੇ ਆ ਗਿਆ ਹੈਗਾ, ਲੰਡਨ 'ਚ ਆ ਗਿਆ, ਆ ਜਾਓ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਤੁਹਾਡੇ ਮੇਰੇ ਪ੍ਰਤੀ ਇਲਜ਼ਾਮ ਹੈਗੇ ਨੇ, ਜੋ ਤੁਸੀਂ ਮੇਰੇ ਛਿੱਤਰ ਮਾਰਨੇ ਹੈਗੇ ਨੇ ਤੁਸੀਂ ਮੇਰੇ ਮਾਰ ਲਓ, ਪਰ ਜਿਹੜੇ ਕੁਐਸਚਨ ਜਿਹੜੇ ਹੈਗੇ ਨੇ ਉਹ ਬਹੁਤ ਜ਼ਰੂਰੀ ਹੈਗੇ ਨੇ ਆਨਸਰ ਕਰਨੇ, ਕਿਉਂਕਿ ਉਹਦੇ ਨਾਲ ਬਹੁਤ ਲੋਕਾਂ ਦੀ ਜਿਹੜੀ ਭਾਵਨਾ ਜੁੜੀ ਹੋਈ ਹੈਗੀ ਹੈ ਇਸ ਮੂਵਮੈਂਟ ਦੇ ਨਾਲ, ਇਸ ਆਰਗੇਨਾਈਜੇਸ਼ਨ ਦੇ ਨਾਲ। ਲੋਕੀ ਜਿਹੜੇ ਬੱਚੇ ਹੈਗੇ ਨੇ ਇੱਥੋਂ ਦੇ ਜਿਹੜੇ ਯੰਗ ਬੱਚੇ ਹੈਗੇ ਨੇ ਉਹਨਾਂ ਨੂੰ ਕਈ ਵਾਰੀ ਰਿਐਲਿਟੀ ਨਹੀਂ ਪਤਾ ਹੁੰਦਾ। ਸਾਨੂੰ ਡਰ ਹੈਗਾ ਵੀ ਕਿਤੇ ਇਸ ਮੂਵਮੈਂਟ ਨੂੰ ਕਦੇ ਗਲਤ ਟਰਨ ਨਾ ਦਿੱਤਾ ਜਾਵੇ। ਬਿਲਕੁਲ ਨਹੀਂ, ਹੁਣ ਉਮੀਦ ਇਹੀ ਕਰਦਾ ਕਿ ਛੇਤੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਮਿਲਣਗੇ। ਹੁਣ ਇੱਕ ਵਾਰ ਸਾਨੂੰ ਇੱਕ ਜਾਂਦੇ ਜਾਂਦੇ ਜ਼ਰੂਰ ਕਲੀਅਰ ਕਰ ਦਿਓ ਕਿ ਤੁਹਾਡੀ ਸਰਕਾਰ ਨਾਲ ਇਸ ਵਕਤ ਕੋਈ ਗੱਲ ਚੱਲ ਰਹੀ ਹੈ ਜਾਂ ਹੋਊਗੀ? ਕਿਸਾਨ ਅੰਦੋਲਨ ਕਦੋਂ ਤੱਕ ਜਾ ਕੇ ਨਿਬੜ ਸਕਦਾ ਹੈ? ਕੋਈ ਨਾ ਕੋਈ ਨਤੀਜਾ? ਮਿਲੀਅਨ ਡਾਲਰ ਕੁਐਸਚਨ ਹੈਗਾ ਵੀ ਆਈ ਐਮ ਅ ਵੈਰੀ ਆਪਟੀਮਿਸਟਿਕ ਗਾਏ। ਮੈਂ ਹਮੇਸ਼ਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਸੋਲੂਸ਼ਨ ਹੁੰਦਾ ਹੈਗਾ ਐਂਡ ਐਵਰੀ ਕ੍ਰਾਈਸਿਸ ਹੈਜ਼ ਓਪਰਚੁਨਿਟੀ। ਜਿੱਥੋਂ ਤੱਕ ਕਿ ਕਿਸਾਨ ਐਜੀਟੇਸ਼ਨ ਦੀ ਗੱਲ ਹੈਗੀ ਹੈ, ਮੈਂ ਇਹ ਵੀ ਲੀਡਰਸ਼ਿਪ ਨੂੰ ਵੀ ਇਹੀ ਕਹਿ ਰਿਹਾ ਹੈਗਾ ਔਰ ਡਿਸਕਸ਼ਨ ਦੇ ਵਿੱਚ ਵੀ ਮੈਂ ਹਮੇਸ਼ਾ ਹੀ ਕਹਿੰਦਾ ਵੀ ਦੇਖੋ ਕਿਸਾਨਾਂ ਦੀ ਤਾਂ ਆਲਰੇਡੀ ਜਿੱਤ ਹੋ ਚੁੱਕੀ ਹੈ। ਜਿਹੜੀ ਇਹ ਕਿਸਾਨ ਐਜੀਟੇਸ਼ਨ ਹੈ ਉਹਦੇ ਜੋ ਵੀ ਰਿਜ਼ਲਟ ਨਿਕਲਣਗੇ ਹੈਗੇ ਉਹ ਬਾਅਦ ਦੀ ਗੱਲ ਹੈਗੀ ਹੈ। ਕਿਸਾਨਾਂ ਦੀ ਆਲਰੇਡੀ ਜਿੱਤ ਹੋ ਚੁੱਕੀ ਹੈਗੀ ਹੈ। ਐਡੀ ਵੱਡੀ ਮੂਵਮੈਂਟ ਕਿਸੇ ਨੇ ਹਿਸਟਰੀ ਦੇ ਵਿੱਚ ਅੱਜ ਤੱਕ ਨਹੀਂ ਖੜੀ ਕਰੀ ਹੈਗੀ ਸੀ। ਔਰ ਦੂਜੀ ਇਸ ਤੋਂ ਵੀ ਵੱਡੀ ਜਿਹੜੀ ਮਿਸਾਲ ਪੈਦਾ ਕਰ ਦਿੱਤੀ ਹੈਗੀ, ਹਿੰਦੂ ਸਿੱਖ ਏਕਤਾ ਦੀ ਮਿਸਾਲ ਪੈਦਾ ਕਰ ਦਿੱਤੀ ਹੈਗੀ। ਤੀਜੀ ਗੱਲ ਜਿਹੜੀ ਮੈਨੂੰ ਸਿੰਘੂ ਬਾਰਡਰ 'ਤੇ ਮੈਂ ਉੱਥੇ ਆਮ ਜਾਂਦਾ ਰਿਹਾ ਹੈਗਾ, ਮੈਂ ਉੱਥੇ ਜਿਹੜੇ ਟਿਕਰੀ ਬਾਰਡਰ 'ਤੇ ਮੈਂ ਰਿਹਾ ਹੈਗਾ, ਮੈਂ ਟਰਾਲੀਆਂ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਖਾਣਾ ਖਾਧਾ ਹੈਗਾ, ਗੱਲਾਂ ਕਰੀਆਂ ਔਰ ਕਈ ਦਿਨ ਉੱਥੇ ਮੈਂ ਲਗਾਤਾਰ ਜਾਂਦਾ ਰਿਹਾ। ਉਹ ਦੱਸ ਕੇ ਜਾਂਦਾ ਰਿਹਾ, ਮੈਂ ਕੋਈ ਚੋਰੀ ਛੁਪੇ ਨਹੀਂ ਜਾਂਦਾ ਰਿਹਾ ਹੈਗਾ। ਉਹਨਾਂ ਦੇ ਵਿੱਚ ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਚੀਜ਼ ਜਿਹੜੀ ਹੋਈ ਮੈਨੂੰ ਆਮ ਰੀਲੀ ਪ੍ਰਾਊਡ ਆਫ ਦੈਟ ਕਿ ਇਸ ਐਜੀਟੇਸ਼ਨ ਦੇ ਦੌਰਾਨ ਪਿੰਡਾਂ ਦੇ ਵਿੱਚ ਧੜੇਬਾਜ਼ੀ ਹੁੰਦੀ ਸੀ। ਪਿੰਡਾਂ ਦੇ ਵਿੱਚ ਸਾਡੀ ਡਾਂਗ ਸਪੈਸ਼ਲੀ ਮਾਨਸਾ ਵਾਲਿਆਂ ਦੀ ਤਾਂ ਖੜਕਦੀ ਰਹਿੰਦੀ ਹੈਗੀ ਸੀਗੀ, ਇੱਕ ਦੂਜੇ ਦੇ ਨਾਲ ਦੁਸ਼ਮਣੀਆਂ ਹੁੰਦੀਆਂ ਸੀਗੀਆਂ। ਉਹੀ ਲੋਕੀ ਜਦੋਂ ਟਿਕਰੀ ਬਾਰਡਰ 'ਤੇ ਆ ਕੇ ਇੱਕੋ ਟਰਾਲੀ ਦੇ ਵਿੱਚ ਬੈਠੇ ਹੈਗੇ ਨੇ, ਉਹਨਾਂ ਦੀ ਜਿਹੜੀ ਦੁਸ਼ਮਣੀ ਹੈਗੀ ਸੀ ਉਹ ਵੀ ਖਤਮ ਹੋ ਗਈ, ਸਾਰੇ ਇੱਕ ਹੋ ਗਏ ਹੈਗੇ। ਬਿਲਕੁਲ ਇਸ ਕਰਕੇ ਵੀ ਉਹ ਇੱਕ ਬਹੁਤ ਵੱਡਾ ਉਸ ਚੀਜ਼ ਦਾ ਜਿਹੜਾ ਹੈਗਾ ਆਈ ਹੋਪ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਕ ਤਾਂ ਜਿਹੜੀ ਜਾਗਰੂਕਤਾ ਹੋ ਗਈ ਹੈਗੀ ਨਾ, ਉਹ ਬੜਾ ਪੋਜ਼ਿਟਿਵ ਚੀਜ਼ ਹੋਈ ਹੈਗੀ ਹੈ। ਦੂਜੀ ਗੱਲ ਹੁਣ ਜਿਹੜੀ ਆਉਣ ਵਾਲੀਆਂ ਸਰਕਾਰਾਂ ਵੀ ਹੋਣਗੀਆਂ ਉਹਨਾਂ ਨੂੰ ਵੀ ਦੇਖ ਕੇ ਫੈਸਲੇ ਲੈਣੇ ਪੈਣਗੇ ਹੈਗੇ। ਇਹ ਨਹੀਂ ਹੈਗਾ ਵੀ ਪਹਿਲਾਂ ਜਿਵੇਂ ਕੋਈ ਟੀਚਰ ਜੂਨੀਅਰ ਹੈਗੀ ਹੈ ਉਹਨੂੰ ਕਿਸੇ ਦੀ ਗੁੱਤ ਫੜ ਕੇ ਢਾਲਿਆ ਹੈਗਾ, ਕਿਸੇ ਦੀ ਪੱਗ ਲਾ ਦਿੱਤੀ ਹੈਗੀ। ਇਹਨਾਂ ਦੇ ਨਾਲ ਪੰਗਾ ਲੈਣ ਤੋਂ ਪਹਿਲਾਂ ਸਰਕਾਰ ਸੋਚੂਗੀ ਹੈਗੀ। ਬਿਲਕੁਲ ਇਸ ਕਰਕੇ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਹੋਊਗਾ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਸਰਕਾਰ ਹੋਊਗੀ ਕੋਈ ਵੀ ਐਜੀਟੇਸ਼ਨ ਹੋਊਗੀ ਹੈਗੀ, ਉਹਦੇ ਵਿੱਚ ਦੇ ਹੈਵ ਟੂ ਬੀ ਵੈਰੀ ਕੇਅਰਫੁਲ ਵੀ ਸਪੈਸ਼ਲੀ ਇਹਨਾਂ ਦੇ ਨਾਲ ਤੁਸੀਂ ਪੰਗਾ ਲੈਣ ਤੋਂ ਪਹਿਲਾਂ ਦੇਖਣਾ ਪੈਂਦਾ ਹੈਗਾ, ਕਿਉਂਕਿ ਮਿਹਨਤੀ ਬੰਦੇ ਹੈਗੇ ਨੇ। ਅੱਜ ਤੱਕ ਕੋਈ ਇਹਨਾਂ ਨੇ ਕੋਈ ਨਜਾਇਜ਼ ਨਹੀਂ ਕਰੀ ਹੈਗੀ। ਹੁਣ ਜੇ ਕੋਈ ਬੰਦੇ ਨੂੰ ਇਹ ਹੁੰਦਾ ਹੈਗਾ ਵੀ ਇੱਕ ਵਾਰੀ ਇਹ ਹੋ ਗਿਆ ਵੀ ਸਾਡਾ ਇਹ ਕਾਲੇ ਕਾਨੂੰਨ ਹੈਗੇ ਨੇ ਜਾਂ ਬਿਲਕੁਲ ਇਹਦੇ ਵਿੱਚ ਅਸੀਂ ਐਕਸੈਪਟ ਨਹੀਂ ਕਰਨਾ ਹੈਗਾ, ਤਾਂ ਉਹਦਾ ਤਾਂ ਫਰਜ਼ ਬਣਦਾ ਹੈਗਾ ਸੀ ਉਹ ਐਜੀਟੇਸ਼ਨ ਕਰ ਰਹੇ ਹੈਗੇ ਨੇ ਔਰ ਗਵਰਨਮੈਂਟ ਨਾਲ ਗੱਲ ਕਰਦੇ ਹੈਗੇ ਨੇ। ਤੇ ਆਈ ਐਮ ਸ਼ੋਰ ਕਿ ਮੋਦੀ ਸਾਹਿਬ ਗੱਲਬਾਤ ਵੀ ਰੁਕੀ ਵੀ ਹੈ ਨਾ, 11-12 ਮੀਟਿੰਗਾਂ ਹੋ ਚੁੱਕੀਆਂ, ਕਰਵਾ ਦਿੰਦੇ ਹੈਗੇ ਆ। ਕਰਵਾ ਦਿਓ ਫਿਰ, ਹੋਣੀ ਵੀ ਚਾਹੀਦੀ ਹੈ। ਨਹੀਂ ਚਾਹੀਦੀ ਹੈਗੀ ਹੈ, ਉਹ ਤਾਂ ਦੇਖੋ ਜੇ ਮੈਂ ਉੱਥੇ ਵੈਨਕੂਵਰ ਦੇ ਰੇਡੀਓ ਸਟੇਸ਼ਨ 'ਤੇ ਉਹ ਕਰਦੇ ਹੈਗੇ ਸੀ, ਉਹ ਕਹਿੰਦੇ ਵੀ ਦੇਖੋ ਚਹਿਲ ਸਾਹਿਬ ਤੁਹਾਡੇ ਕੋਲੇ ਮੋਦੀ ਦੇ ਸਾਹਿਬ ਦਾ ਨੰਬਰ ਹੈਗਾ ਔਰ ਕੋਈ ਗੱਲ ਨਹੀਂ ਜੇ ਕੋਈ ਜ਼ਰੂਰਤ ਪਏਗੀ ਚੱਕਦੇ। ਨਾਲੇ ਕਹਿੰਦੇ ਵੀ ਮੋਦੀ ਸਾਹਿਬ ਛੇਤੀ ਫੋਨ ਨਹੀਂ ਚੱਕਦੇ ਕਿਸੇ ਦਾ। ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਨਹੀਂ ਜੇ ਤੁਸੀਂ ਅਪਾਇੰਟਮੈਂਟ ਮੰਗੋਗੇ ਇਹ ਤੁਹਾਡੇ ਕੋਲ ਕੋਈ ਵਜ੍ਹਾ ਹੈਗੀ ਹੈ, ਰੀਜ਼ਨ ਹੈਗਾ, ਜਸਟੀਫਾਈ ਕਰੋ ਐਂਡ ਜੇ ਮੈਂ ਮਿਲ ਸਕਦਾ ਹੈਗਾ ਸਮਾਂ ਮਿਲਦਾ ਜਾਨੀ ਉਹਨਾਂ ਤੋਂ ਬਿਲਕੁਲ ਮਿਲਦਾ ਹੈ, ਗੱਲ ਸੁਣਦੇ ਆ, ਮਿਲਦੇ ਹੈਗੇ ਨੇ। ਪਰ ਇੱਥੇ ਹੁਣ ਗੱਲ ਨਹੀਂ ਸੁਣੀ ਜਾ ਰਹੀ ਕਾਫੀ ਲੰਬੇ ਸਮੇਂ ਤੋਂ। ਕਿਸਾਨ ਕਹਿ ਰਹੇ ਨੇ ਵੀ ਸਾਡੀ ਨਹੀਂ ਸੁਣੀ ਜਾ ਰਹੀ। ਨਹੀਂ ਦੇਖੋ ਕਹਿੰਦੇ ਪੰਜਾਬ ਨਾਲ ਵਿਤਕਰਾ ਕੇਂਦਰ ਸਰਕਾਰ ਨੇ ਹਮੇਸ਼ਾ ਕੀਤਾ, ਸਰਕਾਰ ਭਾਵੇਂ ਜਿਹੜੀ ਮਰਜ਼ੀ ਹੋਵੇ। ਸਰਕਾਰ ਜਿਹੜੀ ਮਰਜ਼ੀ ਹੋਵੇ, ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਬੜਾ ਵੱਡਾ ਤੁਹਾਡਾ ਪੁਆਇੰਟ ਹੈਗਾ ਜੋ 1984 ਦੇ ਵਿੱਚ ਦਰਬਾਰ ਸਾਹਿਬ ਤੇ ਹੋਇਆ ਹੈਗਾ ਨਾ, ਉਹ ਵੀ ਇੱਕ ਸਰਕਾਰ ਸੀਗੀ। ਜਿਹੜੇ ਉਸ ਤੋਂ ਬਾਅਦ ਜੋ ਸਿੱਖਾਂ ਦੇ ਨਾਲ ਉੱਥੇ 84 ਦੇ ਵਿੱਚ ਮਿਸਿਸ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਹੋਇਆ ਹੈਗਾ ਨਾ, ਉਹ ਵੀ ਇੱਕ ਸਰਕਾਰ ਹੈਗੀ ਸੀ। ਆਪਾਂ ਨੂੰ ਸਰਕਾਰ ਦੇ ਆਇਡੈਂਟੀਫਾਈ ਕਰਨਾ ਚਾਹੀਦਾ। ਇੱਕ ਇਹ ਨਾ ਕਹੋ ਵੀ ਹਾਂ ਸਰਕਾਰ ਨੇ, ਉਦੋਂ ਕਿਹਦੀ ਸਰਕਾਰ ਹੈਗੀ ਸੀ, ਜਿਹੜੀ ਪ੍ਰੋਬਲਮ ਆਈ ਹੈਗੀ ਹੈ, ਜਿੱਥੋਂ ਸਿਆਪੇ ਪਏ ਹੈਗੇ ਨੇ, ਆਪਾਂ ਉਸ ਚੀਜ਼ ਦੇ ਉੱਤੇ ਉਹ ਨਹੀਂ ਕਰਦੇ ਹੈਗੇ। ਯਾਨੀ ਸਰਕਾਰ ਨੂੰ ਤਾਂ ਬਿਊਰੋਕਰੇਟਸ ਹੀ ਚਲਾਉਂਦੇ ਨੇ, ਯਾਨੀ ਕਿ ਉਹ ਗਲਤ ਗਾਈਡ ਕਰ ਦਿੰਦੇ ਆ ਫਿਰ ਪੰਜਾਬ ਦੇ ਪ੍ਰਤੀ। ਨਹੀਂ
ਚੰਗੇ ਪੜ੍ਹੇ ਆਈਪੀਐਸ ਅਫਸਰ, ਦੇਖੋ ਆਈਐਸ ਲੈਵਲ ਦੇ ਅਫਸਰ। ਜਿਹੜਾ ਲੀਡਰਸ਼ਿਪ ਹੈਗੀ ਹੈ, ਫਿਰ ਦੇਖੋ ਜੇ ਹੁਣ ਕੋਈ ਵੀ ਲੀਡਰ ਹੈਗਾ ਉਹਦੀ ਜ਼ਿੰਮੇਵਾਰੀ ਵੀ ਉਨੀ ਹੈਗੀ ਹੈ। ਜੇਕਰ ਉਹ ਆਪਣੇ ਸਕਸੈਸ ਦੀ ਉਹ ਕਹਿੰਦਾ ਵੀ ਮੈਨੂੰ ਉਹਦਾ ਕ੍ਰੈਡਿਟ ਮਿਲਣਾ ਚਾਹੀਦਾ ਹੈਗਾ, ਉਹਦੇ ਵਿੱਚ ਜੇ ਪਾਲਿਸੀ ਦੇ ਵਿੱਚ ਕੋਈ ਫੇਲੀਅਰ ਹੈਗਾ ਉਹਦੇ ਅਕਾਊਂਟੇਬਿਲਿਟੀ ਵੀ ਉਸ ਲੀਡਰ ਤੇ ਜਾਂਦੀ ਹੈਗੀ ਹੈ, ਉਸ ਪਾਰਟੀ ਤੇ ਜਾਂਦੀ ਹੈਗੀ ਹੈ। ਉਸ ਪਾਰਟੀ ਦੀ ਜ਼ਿੰਮੇਵਾਰੀ ਹੈਗੀ ਹੈ ਵੀ ਉਹਨੂੰ ਚਲੋ ਠੀਕ ਹੈ 20 ਵਾਰੀ ਫੈਸਲੇ ਇੱਦਾਂ ਦੇ ਹੁੰਦੇ ਹੈਗੇ ਨੇ, ਔਰ ਫੈਸਲਿਆਂ ਦੇ ਨਾਲ ਵੀ ਚਲੋ ਠੀਕ ਹੈ ਲੋਕਾਂ ਦੀ ਨਾਰਾਜ਼ਗੀ ਹੈਗੀ ਹੈ, ਉਹਨੂੰ ਬੈਠ ਕੇ ਕੋਈ ਡਿਸਕਸ ਕਰਿਆ ਜਾਵੇ ਹੈਗੇ। ਆਈ ਥਿੰਕ ਡਿਸਕਸ ਹੋ ਰਿਹਾ ਹੈਗਾ। ਚਲੋ ਠੀਕ ਹੈ, ਜਿਹੜਾ ਮੈਨੂੰ ਦੁੱਖ ਲੱਗਦਾ ਹੈਗਾ ਜਿਹੜੇ ਕਿਸਾਨ ਉੱਥੇ ਬੈਠੇ ਹੈਗੇ ਨੇ, ਗਰਮੀਆਂ ਦਾ ਮੌਸਮ ਆ ਰਿਹਾ ਹੈਗਾ, ਹੁਣ ਫਸਲਾਂ ਦੀ ਵਾਢੀ ਹੋਣੀ ਹੈਗੀ ਹੈ, ਇਸ ਕਰਕੇ ਵੀ ਜਲਦੀ ਕੋਈ ਫੈਸਲਾ ਹੋ ਜੇ ਹੈਗੇ, ਪਰਮਾਤਮਾ ਭਲੀ ਕਰੂਗਾ ਹੈਗਾ। ਆਈ ਐਮ ਵੈਰੀ ਆਪਟੀਮਿਸਟਿਕ। ਪਰ ਮੈਨੂੰ ਮਾਣ ਹੈਗਾ ਵੀ ਸਾਡੇ ਜਿਹੜੇ ਕਿਸਾਨ ਹੈਗੇ ਨੇ, ਜਿਹੜੇ ਲੋਕੀ ਹੈਗੇ ਨੇ, ਸਾਰਿਆਂ ਨੇ ਮਿਲ ਕੇ ਜਿਹੜੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ, ਔਰ ਉੱਥੇ ਜਾ ਕੇ ਜਿਹੜੀ ਸਪੋਰਟ ਕਰੀ ਹੈਗੀ ਹੈ, ਔਰ ਪੀਸਫੁਲ ਜਿਹੜੀ ਕਰੀ ਹੈਗੀ ਹੈ। ਆ ਜਿਹੜੀ ਇੱਕ ਦੋ ਜਿਹੜੇ ਲਗੌਰ ਜੀ ਜਿਹੜਾ ਕਰੇ ਹੈਗਾ ਸੀਗਾ, ਉਹਨਾਂ ਨੂੰ ਛੱਡ ਕੇ ਆਲ ਓਵਰ ਵੈਸੇ ਵਧੀਆ ਇਹਨਾਂ ਨੂੰ ਇਹ ਦਫਾ ਹੋਏ ਹੈਗੇ ਵਧੀਆ, ਇਹਦੇ ਵਿੱਚੋਂ ਕੱਢੇ ਗਏ ਹੈਗੇ। ਔਰ ਮੈਂ ਕਹਿੰਦਾ ਵੀ ਇਦਾਂ ਦੇ ਜਿਹੜੇ ਹੋਰ ਵੀ ਕੋਈ ਬੰਦੇ ਹੈਗੇ ਨੇ ਜਿਹੜੇ ਉਹ ਕਰਦੇ ਹੈਗੇ ਨੇ, ਇਹਨਾਂ ਨੂੰ ਵੀ ਇਹਨਾਂ ਨੂੰ ਛਿੱਤਰ ਮਾਰ ਕੇ ਇਹਨਾਂ ਨੂੰ ਕੱਢਣਾ ਚਾਹੀਦਾ ਹੈਗਾ ਬਾਅਦ ਦੇ ਵਿੱਚ, ਇਸ ਮੂਵਮੈਂਟ ਚੋਂ ਕੱਢਣਾ ਚਾਹੀਦਾ, ਤਾਂ ਜੋ ਮੂਵਮੈਂਟ ਜਿਹੜੀ ਹੈ ਬਚੀ ਰਹੇ ਹੈਗੀ। ਕਿਉਂਕਿ ਮੂਵਮੈਂਟ ਦੇ ਵਿੱਚੋਂ ਹੁਣ ਕਿਸਾਨ ਲੀਡਰਸ਼ਿਪ ਦੇ ਉੱਤੇ ਵੀ ਇੱਕ ਬਹੁਤ ਵੱਡਾ ਬੋਝ ਹੈ। ਇਹ ਬੋਝ ਇਹ ਹੈਗਾ ਵੀ ਮੂਵਮੈਂਟ ਖੜੀ ਕਰਨੀ ਇੱਕ ਹੈ, ਮੂਵਮੈਂਟ ਖੜੀ ਕਰਕੇ ਸਸਟੇਨ ਕਰਨੀ ਔਰ ਉਹਦਾ ਇੱਕ ਪੋਜ਼ਿਟਿਵ ਰਿਜ਼ਲਟ ਕੱਢਣਾ, ਉਹ ਵੀ ਉਹਦਾ ਜਿੰਨੀ ਜ਼ਿੰਮੇਵਾਰੀ ਸਰਕਾਰ ਦੀ ਹੈਗੀ ਹੈ ਉਨੀ ਹੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਕਿਸਾਨ ਲੀਡਰਸ਼ਿਪ ਦੇ ਉੱਤੇ ਵੀ ਹੈਗੀ ਹੈ। ਇਸ ਕਰਕੇ ਵੀ ਇਹਦੇ ਵਿੱਚੋਂ ਜੇਕਰ ਸਾਰਾ ਕੁਝ ਪੋਜ਼ਿਟਿਵ ਨਿਕਲਿਆ ਆਵੇ ਹੈਗੇ, ਔਰ ਇਹ ਵੀ ਨਹੀਂ ਸੋਚਣਾ ਚਾਹੀਦਾ ਹੈਗਾ ਵੀ ਦੇਖੋ ਅਸੀਂ ਸਰਕਾਰ ਹੀ ਥੱਲੇ ਲਾਉਣੀ ਹੈਗੀ, ਐਂਡ ਆਫ ਦਾ ਡੇ ਤੁਹਾਡੀ ਸਰਕਾਰ ਹੈ, ਤੁਸੀਂ ਇਲੈਕਟ ਕਰੀ ਹੈਗੀ ਹੈ। ਇਹਦੇ ਵਿੱਚੋਂ ਕੋਈ ਮਿਊਚੁਅਲ ਗਰਾਊਂਡ ਨਿਕਲਿਆ ਵੇ ਹੈਗੇ, ਕੋਈ ਚੰਗਾ ਉਹ ਨਿਕਲਿਆ ਵੇ ਹੈਗੇ, ਉਹਦੇ ਵਿੱਚੋਂ ਸਾਰਿਆਂ ਨੂੰ ਇੱਥੇ ਕੋ ਹੋ ਜਾਏਗਾ, ਤਾਂ ਜੋ ਜਿਹੜੇ ਲੋਕਾਂ ਦੀ ਜਿਹੜੀ ਸਾਡੇ ਬਹੁਤ ਜਿਹੜੇ ਦਿਲੋਂ ਲੋਕੀ ਜੁੜੇ ਹੋਏ ਹੈਗੇ ਨੇ ਬਾਹਰੋਂ, ਅਮਰੀਕਾ, ਕੈਨੇਡਾ, ਹੋਰ ਬਾਕੀ ਸਾਰੇ ਕੰਟਰੀਆਂ ਦੇ ਵਿੱਚੋਂ, ਉਹ ਵੀ ਇਹਨਾਂ ਵੱਲ ਦਿਨ ਰਾਤ ਦੇਖਦੇ ਹੈਗੇ ਨੇ। ਹੋ ਸਕਦਾ ਕਈ ਵਾਰੀ ਟਰਾਲੀ ਦੇ ਵਿੱਚ ਸੁੱਤੇ ਬੰਦੇ ਨੂੰ ਆਪਣਾ ਇੰਨਾ ਫਿਕਰ ਨਾ ਹੋਵੇ, ਔਰ ਸਾਨੂੰ ਫਿਕਰ ਹੈਗੀ, ਬਾਹਰ ਬੈਠੇ ਨੂੰ ਹੁੰਦਾ, ਸਾਨੂੰ ਫਿਕਰ ਹੈਗਾ ਜੀ। ਔਰ ਮੈਂ ਸੋਚਦਾ ਕਿ ਜਲਦੀ ਤੋਂ ਜਲਦੀ ਕੋਈ ਨਤੀਜਾ ਜ਼ਰੂਰ ਨਿਕਲਣਾ ਚਾਹੀਦਾ ਜਿਹੜਾ ਕਿ ਸਭ ਦੇ ਫਾਇਦੇ ਲਈ ਹੋਵੇ, ਨੁਕਸਾਨ ਕਿਸੇ ਲਈ ਵੀ ਨਾ ਹੋਵੇ। ਤੁਹਾਡੇ ਦਰਸ਼ਕਾਂ ਲਈ ਇੱਕ ਮੈਂ ਛੋਟਾ ਜਿਹਾ ਇੱਕ ਸ਼ੇਅਰ ਕਰ ਦਿੰਦਾ ਹੈਗਾ ਵੀ, ਇੱਕ ਇਨਸੀਡੈਂਟ ਸ਼ੇਅਰ ਕਰਦਾ। ਮੈਂ ਟਿਕਰੀ ਬਾਰਡਰ ਦੇ ਉੱਤੇ ਇੱਕ ਬਹਾਦਰਗੜ੍ਹ ਜਿਹੜਾ ਹੈਗਾ ਨਾ ਏਰੀਆ, ਮੈਂ ਉੱਥੇ ਗਿਆ ਹੈਗਾ ਜੀ। ਉੱਥੇ ਉਹਨਾਂ ਦੇ ਕੁਛ ਜਿਹੜੇ ਯੂਥ ਹੈਗੇ ਸੀਗੇ, ਕੁਛ ਜਿਹੜੇ ਬਜ਼ੁਰਗ ਹੈਗੇ ਸੀ, ਉਹਨਾਂ ਨੂੰ ਮੈਨੂੰ ਉੱਥੇ ਨਾਲ ਸਾਈਡ ਤੇ ਲੈ ਗਏ, ਕਹਿੰਦੇ ਕਾਕਾ ਜੀ ਇੱਥੇ ਆ ਕੇ ਤੁਹਾਨੂੰ ਚੀਜ਼ ਦਿਖਾਉਂਦੇ ਹਾਂ ਜੀ। ਹਾਂ, ਉਹ ਜਿੱਥੇ ਸੌਂਦੇ ਹੈਗੇ ਸੀਗੇ ਉਹ ਸ਼ਮਸ਼ਾਨ ਘਾਟ ਹੈਗਾ ਸੀਗਾ। ਉਹ ਸ਼ਮਸ਼ਾਨ ਘਾਟ ਦੀ ਮੇਰੇ ਕੋਲੇ ਮੈਂ ਵੀਡੀਓ ਬਣਾ ਕੇ ਲਿਆਇਆ, ਮੈਂ ਫੋਟੋ ਵੀ ਖਿੱਚ ਕੇ ਲੈ ਕੇ ਆਇਆ ਹੈਗਾ। ਇਮੈਜਿਨ ਕਰੋ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਮੁਰਦਾ ਹੈਗਾ ਉਹ ਜਲਾਇਆ ਜਾਂਦਾ ਹੈਗਾ, ਉਸ ਕਮਰੇ ਦੇ ਵਿੱਚ ਉਹ ਸੌਂਦੇ ਹੈਗੇ ਨੇ ਰਾਤ ਨੂੰ। ਇਹ ਦੇਖੋ ਇਹ ਕੁਰਬਾਨੀ ਹੁੰਦੀ ਹੈਗੀ ਵੀ ਉੱਥੇ ਇਹ ਨਹੀਂ ਹੈਗਾ ਕੋਈ ਬੰਦੇ ਉੱਥੇ ਸਿਰਫ ਲੰਗਰ ਖਾਣ ਹੀ ਗਏ ਹੈਗੇ ਨੇ, ਜਾਂ ਕੋਈ ਉੱਥੇ ਪਿਕਨਿਕ ਉਹ ਕਰਨ ਗਏ ਹੈਗੇ ਨੇ, ਨਹੀਂ ਸੈਕਰੀਫਾਈ ਕਰ ਰਹੇ ਹੈਗੇ ਨੇ। ਇਸ ਕਰਕੇ ਵੀ ਇਹਦੇ ਵਿੱਚੋਂ ਮੈਨੂੰ ਉਮੀਦ ਹੈ, ਔਰ ਆਮ ਵੈਰੀ ਆਪਟੀਮਿਸਟਿਕ, ਜਿਹੜੀ ਸਰਕਾਰ ਵੀ ਕਦੇ ਦੇਖੋ, ਉਹ ਸਰਕਾਰ ਨੂੰ ਵੀ ਪਤਾ ਹੈਗਾ ਵੀ ਸਾਡੇ ਇਹ ਲੋਕੀ ਹੈਗੇ ਨੇ ਉਹ ਕਿਉਂ ਕਿਸੇ ਨਾਲ ਨਜਾਇਜ਼ ਕਰਨਗੇ ਹੈਗੇ। ਪਰ ਆਈ ਥਿੰਕ ਜਿਹੜੀ ਪਾਲਿਸੀ ਫੇਲੀਅਰ ਹੋਇਆ ਹੈਗਾ, ਕੁਛ ਗੱਲਾਂ ਹੋਈਆਂ ਹੈਗੀਆਂ ਨੇ, ਉਹਦੇ ਵਿੱਚੋਂ ਜਿਹੜੇ ਲਾਅ ਦੇ ਵਿੱਚ ਜੋ ਵੀ ਉੱਥੇ ਘਾਟ ਹੈਗੀ ਸੀ, ਅਮੈਂਡਮੈਂਟ ਕਰਵਾਈਆਂ ਹੈਗੇ ਨੇ, ਜੋ ਵੀ ਹੋਏਗਾ ਹੈਗਾ। ਮੈਂ ਇਸ ਚੀਜ਼ 'ਤੇ ਕਦੇ ਵੀ ਉਹ ਫੋਰਸ ਨਹੀਂ ਕਰਨਾ ਚਾਹੀਦਾ ਵੀ ਇਹਨੂੰ ਮੈਂ ਰਵੀ ਸਿੰਘ ਵਾਂਗੂ ਨਹੀਂ ਕਹਿੰਦਾ ਹੈਗਾ ਵੀ ਇਹਨਾਂ ਨੂੰ ਐਂ ਕਰਨਾ ਚਾਹੀਦਾ, ਜੋ ਕਰਨਾ ਚਾਹੀਦਾ ਵੀ ਦੈਟਸ ਨਾਟ ਜੋ ਵੀ ਸਹੀ ਹੈ ਉਹ ਹੋਣਾ ਚਾਹੀਦਾ। ਦੇਖੋ ਇਹਨੂੰ ਲੀਡਰਸ਼ਿਪ ਤੇ ਛੱਡਣਾ ਚਾਹੀਦਾ ਹੈਗਾ। ਲੀਡਰਸ਼ਿਪ ਜੇਕਰ ਉਹ ਇਸ ਲੈਵਲ ਤੱਕ ਮੂਵਮੈਂਟ ਨੂੰ ਲੈ ਕੇ ਜਾ ਸਕਦੀ ਹੈਗੀ ਹੈ, ਉਹਦਾ ਕੋਈ ਸੋਲੂਸ਼ਨ ਵੀ ਕੱਢ ਸਕਦੀ ਹੈ। ਬਿਲਕੁਲ, ਵਾਕਈ ਲੀਡਰਸ਼ਿਪ ਨੂੰ ਬੜਾ ਧਿਆਨ ਦੇਣਾ ਚਾਹੀਦਾ ਕਿ ਇਹ ਮਾਮਲੇ ਦਾ ਕੋਈ ਚੰਗਾ ਨਤੀਜਾ ਨਿਕਲੇ, ਭਾਵੇਂ ਉਹ ਕਿਸਾਨ ਲੀਡਰਸ਼ਿਪ ਹੋਵੇ, ਭਾਵੇਂ ਉਹ ਦੇਸ਼ ਦੀ ਲੀਡਰਸ਼ਿਪ ਹੋਵੇ। ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਜਗਬਾਣੀ ਟੀਵੀ। ਧੰਨਵਾਦ।